ਸਾਹਿਬ ਜੀ ਡੰਡਾਉਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ ਪਰਮ ਕਿਰਪਾਲੂ ਪਰਮ ਦਇਆਲੂ ਅਦੁੱਤੀ ਔਰ ਅਜ਼ੀਮ ਸਤਿਗੁਰੂ ਜਲਦ ਮਬੀਕਾ ਵਾਲੀਏ ਕੁਲ ਆਲਮ ਸ਼ਾਹੇ ਸ਼ਹਿਨਸ਼ਾਹ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ
ਰਾਤਰੀ ਦੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਆਪ ਜੀ ਧਨਤਾ ਦੇ ਯੋਗ ਹੋ ਜਿਨ੍ਹਾਂ ਨੇ ਰਾਤਰੀ ਦੇ ਦੀਵਾਨ ਵਿੱਚ ਹਾਜ਼ਰੀ ਭਰੀ ਹੈ। ਕੱਲ੍ਹ ਦੇ ਦੀਵਾਨ ਅੰਦਰ ਆਪ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਇੱਕ ਓੰਕਾਰ ਦੀ ਵਿਚਾਰ ਸਰਵਣ ਕੀਤੀ ਸੀ। ਅੱਜ ਦੇ ਇਸ ਦੀਵਾਨ ਅੰਦਰ ਵੀ ਯਤਨ ਕਰਨਾ ਹੈ ਕਿ ਇੱਕ ਓੰਕਾਰ ਦੀ ਵਿਚਾਰ ਤੋਂ ਉਪਰੰਤ ਸਤਨਾਮ ਦੀ ਵਿਚਾਰ ਕਰ ਸਕੀਏ। ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਆਪਣੇ ਧਿਆਨ ਨੂੰ ਗੁਰਬਾਣੀ ਵਿਚਾਰ ਵੱਲ ਲੈ ਕੇ ਜਾਣ ਦਾ ਯਤਨ ਕਰੀਏ, ਕਿਉਂਕਿ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ 24 ਘੰਟੇ ਦਾ ਤੈਨੂੰ ਸਮਾਂ ਮਿਲਿਆ ਹੈ, 8 ਪਹਿਰ ਤੇਰੇ ਕੋਲ ਨੇ। ਜੇ ਇਹਨਾਂ 8 ਪਹਿਰਾਂ ਦੇ ਵਿੱਚੋਂ ਤੂੰ ਮਾਲਕ ਦੇ ਵਾਸਤੇ ਇੱਕ ਘੜੀ ਵੀ ਕੱਢ ਦੇਵੇਂ ਤਾਂ ਹਜ਼ੂਰ ਕਹਿੰਦੇ ਨੇ ਤੈਨੂੰ ਕੁਛ ਨਾ ਕੁਛ ਪ੍ਰਾਪਤੀ ਜ਼ਰੂਰ ਹੋਵੇਗੀ। ਪਰ ਇਹ ਮਨੁੱਖ ਕਹਿੰਦਾ ਦੁਨੀਆ ਦੇ ਵਿੱਚ ਬੜੇ ਕੰਮਕਾਰ ਨੇ, ਕਿਰਤਕਾਰ ਕਰਨ ਵਾਲਾ ਮਨੁੱਖ ਹਾਂ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਜੇ ਇੱਕ ਘੜੀ ਨਹੀਂ ਤਾਂ ਘੱਟੋ ਘੱਟ ਅੱਧੀ ਘੜੀ ਵਕਤ ਕੱਢ ਲੈ। ਉਹ ਕੱਢਿਆ ਹੋਇਆ ਵਕਤ ਅਸਲ ਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ ਉਹ ਪਰਮਾਤਮਾ ਵਾਸਤੇ ਨਹੀਂ ਹੈ, ਉਹ ਤੇਰੇ ਭਲੇ ਦੇ ਵਾਸਤੇ ਹੈ। ਹਜ਼ੂਰ ਰਹਿਮਤ ਕਰਨ, ਇਕਾਗਰਤਾ ਬਖਸ਼ਿਸ਼ ਕਰਦੇ ਹੋਏ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਸ ਵਕਤ ਇੱਕ ਦੀ ਗੱਲ ਕੀਤੀ, ਇੱਕ ਪਰਮਾਤਮਾ ਦੀ ਗੱਲ ਹਜ਼ੂਰ ਨੇ ਕੀਤੀ, ਪ੍ਰਚਾਰ ਕੀਤਾ, ਤੇ ਕੁਝ ਕੁ ਮਨੁੱਖ ਇਕੱਠੇ ਹੋ ਕੇ ਆ ਗਏ। ਇਸਲਾਮ ਦੇ ਕਈ ਸੱਜਣ ਆਏ ਤੇ ਆ ਕੇ ਕਹਿਣ ਲੱਗੇ ਮਹਾਰਾਜ ਇੱਕ ਓੰਕਾਰ ਦੀ ਗੱਲ ਤੁਸੀਂ ਕਰ ਰਹੇ ਹੋ ਤੇ ਤੁਸੀਂ ਇਸਲਾਮ ਨੂੰ ਕਹਿੰਦੇ ਹੋ ਕਿ ਇੱਕ ਓੰਕਾਰ ਨੂੰ ਮੰਨਦੇ ਨੇ, ਪਰ ਇਸਲਾਮ ਦੇ ਨਾਲ ਤੁਹਾਡੀ ਸਾਂਝ ਕਿਉਂ ਨਹੀਂ? ਤੁਸੀਂ ਵੀ ਇੱਕ ਨੂੰ ਮੰਨਣ ਵਾਲੇ ਹੋ ਤੇ ਆਪਾਂ ਵੀ ਇੱਕ ਨੂੰ ਹੀ ਮੰਨਣ ਵਾਲੇ ਹਾਂ। ਇਸ ਕਰਕੇ ਤੁਹਾਡਾ ਤੇ ਸਾਡਾ ਸੰਬੰਧ ਹੋ ਸਕਦਾ ਹੈ, ਮਿਲਾਪ ਹੋ ਸਕਦਾ ਹੈ। ਮਹਾਰਾਜ ਕਹਿੰਦੇ ਜ਼ਰੂਰ ਹੋ ਸਕਦਾ ਹੈ। ਤੇ ਇਸਲਾਮ ਦੇ ਸੱਜਣ ਕਹਿਣ ਲੱਗੇ ਮਹਾਰਾਜ ਫਿਰ ਰੁਕਾਵਟ ਕੀ ਹੈ, ਵਿੱਚ ਮੁਸ਼ਕਿਲ ਕੀ ਹੈ? ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਇਹ ਗੱਲ ਤਾਂ ਮੈਂ ਕੀਤੀ ਹੈ, ਇੱਕ ਓੰਕਾਰ ਸੱਚ ਹੈ, ਸਰਬ ਵਿਆਪਕ ਹੈ, ਉਹ ਬ੍ਰਹਮ ਸਰੂਪ ਹੈ, ਉਹ ਅਦੁੱਤੀ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ। ਪਰ ਮੇਰੀ ਗੱਲ ਅਜੇ ਪੂਰੀ ਨਹੀਂ ਹੋਈ। ਮੈਂ ਕਹਿ ਰਿਹਾ ਕਿ ਪਰਮਾਤਮਾ ਸਰਬ ਵਿਆਪਕ ਹੈ, ਤੁਸੀਂ ਕਹਿ ਰਹੇ ਹੋ ਕਿ ਇੱਕ ਖੁਦਾ ਹੈ, ਇੱਕ ਅੱਲਾਹ ਤਾਲਾ ਹੈ, ਪਰ ਤੁਸੀਂ ਉਸ ਅੱਲਾਹ ਤਾਲਾ ਨੂੰ ਪੱਛਮ ਦੇ ਵਿੱਚ ਮੰਨਦੇ ਹੋ ਕਿ ਕਾਬਾ ਖੁਦਾ ਦਾ, ਅੱਲਾਹ ਤਾਲਾ ਦਾ ਘਰ ਹੈ। ਕੀ ਤੁਸੀਂ ਕਾਬੇ ਨੂੰ ਛੱਡ ਕੇ ਪੂਰਬ ਦਿਸ਼ਾ ਦੇ ਵਿੱਚ ਅੱਲਾਹ ਨੂੰ ਮੰਨ ਸਕਦੇ ਹੋ? ਕਿ ਉੱਤਰ ਦਿਸ਼ਾ ਦੇ ਵਿੱਚ ਜਾਂ ਦੱਖਣ ਦਿਸ਼ਾ ਦੇ ਵਿੱਚ ਅੱਲਾਹ ਦਾ ਘਰ ਟਿਕਾਣਾ ਮੰਨ ਸਕਦੇ ਹੋ? ਕਿ ਸਾਰੀ ਮਨੁੱਖਤਾ ਦੇ ਵਿੱਚ ਪਰਮਾਤਮਾ ਨੂੰ ਵੇਖ ਸਕਦੇ ਹੋ? ਪਾਸੇ ਹੋ ਗਏ। ਕਹਿਣ ਲੱਗੇ ਕਿ ਸਾਡੇ ਕੁਰਾਨ ਸ਼ਰੀਫ ਦੇ ਵਿੱਚ ਵੀ ਇਸ ਤਰ੍ਹਾਂ ਨਹੀਂ ਲਿਖਿਆ ਹੋਇਆ ਕਿ ਪਰਮਾਤਮਾ ਸਾਰੀਆਂ ਦਿਸ਼ਾਵਾਂ ਦੇ ਵਿੱਚ ਰਹਿੰਦਾ ਹੈ। ਉਹ ਤਾਂ ਇੰਨੀ ਗੱਲ ਕਹਿ ਕੇ ਮਨੁੱਖਾਂ ਨੂੰ ਉਪਦੇਸ਼ ਕਰਦੇ ਨੇ ਜੋ ਇਸਲਾਮ ਧਾਰਨ ਕਰਦੇ ਨੇ ਕਿ ਖੁਦਾ ਅੱਲਾਹ ਤਾਲਾ ਸਤਨਾ ਆਕਾਸ਼ਾਂ ਤੋਂ ਉੱਪਰ ਬੈਠਾ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਸ ਵਕਤ ਇੱਕ ਦੀ ਗੱਲ ਕੀਤੀ, ਹਿੰਦੂ ਵੀਰ ਵੀ ਆਏ, ਕਹਿਣ ਲੱਗੇ ਕਿ ਇੱਕ ਦੀ ਗੱਲ ਤੇ ਆਪਾਂ ਵੀ ਕਰਦੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਹੋ ਸਕਦਾ ਇੱਕ ਦੀ ਗੱਲ ਕਰਦੇ ਹੋ, ਪਰ ਤੁਸੀਂ ਇੱਕ ਦੀ ਗੱਲ ਕਰਦਿਆਂ
ਜਗਨਨਾਥਪੁਰੀ ਵੱਲ ਚਲੇ ਜਾਂਦੇ ਹੋ ਤੇ ਮੰਨਦੇ ਹੋ ਕਿ ਉਸ ਮੰਦਰ ਦੇ ਵਿੱਚ ਈਸ਼ਵਰ ਦਾ, ਪਰਮਾਤਮਾ ਦਾ ਘਰ ਹੈ। ਕੀ ਤੁਸੀਂ ਉਸ ਮੰਦਰ ਨੂੰ ਛੱਡ ਕੇ ਇਸਲਾਮ ਦੇ ਤੀਰਥਾਂ ਦੇ ਉੱਤੇ ਪਰਮਾਤਮਾ ਨੂੰ ਮੰਨ ਸਕਦੇ ਹੋ, ਸਵੀਕਾਰ ਕਰ ਸਕਦੇ ਹੋ? ਚਲੇ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਮੈਂ ਇਹ ਸੋਚਦਾ, ਮੈਂ ਇਹ ਮੰਨਦਾ ਹਾਂ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਕੀ ਤੁਸੀਂ ਇਹ ਕਹਿ ਸਕਦੇ ਹੋ ਕਿ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ? ਸਾਰੇ ਵਾਪਸ ਚਲੇ ਗਏ। ਕਹਿਣ ਲੱਗੇ ਇਹਨਾਂ ਦਾ ਸਿਧਾਂਤ ਵਿਲੱਖਣ ਹੈ, ਇਹ ਨਿਰਾਲਾ ਜਿਹਾ ਜਾਪਦਾ, ਲੱਗਦਾ ਸਾਡਾ ਇਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਹੋ ਸਕਦਾ, ਮਿਲਾਪ ਨਹੀਂ ਹੋ ਸਕਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜੀਆਂ ਇਹ ਉਦਾਹਰਨਾਂ ਮੈਂ ਦੇ ਰਿਹਾ ਹਾਂ, ਇਹ ਕੇਵਲ ਮਨੁੱਖਾਂ ਦੇ ਵਾਸਤੇ ਹੈ। ਉਦਾਹਰਨਾਂ ਦਾ ਮਤਲਬ ਇਹ ਨਾ ਸਮਝ ਲੈਣਾ ਕਿ ਪਰਮਾਤਮਾ ਦੀ ਸ਼ਖਸੀਅਤ ਨੂੰ ਖਿਮਾ ਕਰਨਾ, ਪਰਮਾਤਮਾ ਕੋਈ ਮਨੁੱਖ ਨਹੀਂ ਹੈ, ਉਸਦਾ ਆਕਾਰ ਕੋਈ ਨਹੀਂ ਹੈ। ਮਹਾਰਾਜ ਜੀ ਕਹਿੰਦੇ ਨੇ ਜਿਸ ਦਾ ਪਰਮਾਤਮਾ ਦੇ ਨਾਲ ਸੰਬੰਧ ਬਣ ਗਿਆ, ਉਸ ਨੂੰ ਉਦਾਹਰਨਾਂ ਦੇਣ ਦੀ ਲੋੜ ਨਹੀਂ, ਦ੍ਰਿਸ਼ਟਾਂਤ ਦੇਣ ਦੀ ਲੋੜ ਨਹੀਂ, ਉਸ ਨੂੰ ਗਾਥਾਵਾਂ ਜਾਂ ਸਾਖੀਆਂ ਸੁਣਾਉਣ ਦੀ ਲੋੜ ਨਹੀਂ ਹੈ। ਉਹ ਤਾਂ ਪਰਮਾਤਮਾ ਦੇ ਨਾਲ ਜੁੜਿਆ ਹੋਇਆ। ਮੰਨ ਲਓ ਜੇ ਕੋਈ ਮਨੁੱਖ ਮੰਜ਼ਿਲ 'ਤੇ ਪਹੁੰਚ ਗਿਆ ਹੈ, ਮੰਜ਼ਿਲ ਬਾਰੇ ਦੱਸਣ ਦੀ ਕੀ ਲੋੜ ਹੈ? ਜਿਹੜਾ ਮਨੁੱਖ ਅਜੇ ਮੰਜ਼ਿਲ 'ਤੇ ਪਹੁੰਚਿਆ ਨਹੀਂ ਹੈ, ਉਸ ਨੂੰ ਮੰਜ਼ਿਲ ਬਾਰੇ ਦੱਸਣ ਦੀ ਲੋੜ ਹੈ, ਰਸਤੇ ਬਾਰੇ ਦੱਸਣ ਦੀ ਲੋੜ ਹੈ, ਰਸਤੇ ਵਿੱਚ ਆਉਣ ਵਾਲੀਆਂ ਕਠਿਨਾਈਆਂ ਦੀ ਦੱਸਣ ਦੀ ਲੋੜ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜਿਨ੍ਹਾਂ ਨੇ ਪ੍ਰਤੱਖ ਵੇਖਿਆ ਹੈ, ਪਰਮਾਤਮਾ ਦੇ ਨਾਲ ਸੰਬੰਧ ਬਣਿਆ ਹੋਇਆ, ਉਹ ਤਾਂ ਖੁਦ ਹੀ ਆਖਦੇ ਨੇ, ਤੂੰ ਕੌਣ ਰੇ? ਮੈਂ ਜੀ ਨਾਮਾ। ਪਰਮਾਤਮਾ ਅੱਗੋਂ ਸਵਾਲ ਕਰਦੇ ਨੇ। ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਮੈਨੂੰ ਪਰਮਾਤਮਾ ਪੁੱਛਦਾ ਹੈ ਕਿ ਤੂੰ ਕੌਣ ਹੈ? ਅੱਗੋਂ ਮੈਂ ਜਵਾਬ ਦੇਣਾ ਹਾਂ, ਮੈਂ ਜੀ ਨਾਮਾ। ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨਾ, ਪਰਮਾਤਮਾ ਮੇਰੇ ਨਾਲ ਗੱਲਾਂ ਕਰਦਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਅੱਲਾਹ ਤਾਲਾ ਉਹ ਖੁਦਾ ਮੈਨੂੰ ਆਖਦਾ ਹੈ, ਆਪ ਸਵਾਰਾ ਮੈਂ ਮਿਲਹੈਂ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੈਂ, ਸਭ ਜਗ ਤੇਰਾ ਹੋਏ। ਹੇ ਫਰੀਦ ਜੇ ਤੂੰ ਆਪਣੇ ਜੀਵਨ ਨੂੰ ਸਵਾਰ ਲਵੇਂ, ਮਨ ਨੂੰ ਸਵਾਰ ਲਵੇਂ, ਤੇ ਮੇਰੀ ਪ੍ਰਾਪਤੀ ਹੋ ਸਕਦੀ ਹੈ। ਆਪ ਸਵਾਰ ਹੈ ਮੈਂ ਮਿਲ ਹੈ, ਇਹ ਪਰਮਾਤਮਾ ਵੱਲੋਂ ਬੋਲਦੇ। ਆਪ ਸਵਾਰਾ ਮੈਂ ਮਿਲ ਹੈ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੈਂ, ਜੇ ਤੂੰ ਮੇਰਾ ਹੋ ਜਾਵੇਂ, ਸਭ ਜਗ ਤੇਰਾ ਹੋਏ, ਸਾਰਾ ਸੰਸਾਰ ਤੇਰਾ ਹੋ ਸਕਦਾ ਹੈ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਪਰਮਾਤਮਾ ਦੇ ਨਾਲ ਗੱਲਾਂ ਕੀਤੀਆਂ ਨੇ। ਉਹ ਕਹਿੰਦੇ ਨੇ ਜਿਹੇ ਠਾਕੁਰ ਕਹੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰਦਇਆ। ਜੇ ਠਾਕੁਰ ਬਾਰੇ, ਮਾਲਕ ਦੇ ਬਾਰੇ ਸੁਣਦਾ ਸਾਂ ਕਿ ਬੜਾ ਅਗਾਧ ਬੋਧ ਹੈ, ਅਥਾਹ ਹੈ, ਅਪਹੁੰਚ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਉਹ ਪਰਮਾਤਮਾ ਹਿਰਦੇ ਦੇ ਵਿੱਚ ਹੀ ਨਜ਼ਰ ਆ ਗਿਆ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜਿਨ੍ਹਾਂ ਨੇ ਵੇਖ ਲਿਆ, ਤੱਕ ਲਿਆ, ਉਹਨਾਂ ਨੂੰ ਉਦਾਹਰਨਾਂ ਦੇਣ ਦੀ ਕੋਈ ਲੋੜ ਨਹੀਂ ਹੈ। ਉਹ ਤਾਂ ਫਿਰ ਪਰਮਾਤਮਾ ਨੂੰ ਘੱਟ ਘੱਟ ਦੇ ਵਿੱਚ ਵੇਖ ਕੇ ਇਹ ਪੁਕਾਰਦੇ ਨੇ, ਜਹ ਜਹ ਪੇਖੋਂ ਤਹ ਹਜ਼ੂਰ, ਦੂਰ ਕਤਹੁ ਨਾ ਜਾਈ, ਰਵ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ। ਉਹ ਤਾਂ ਭਗਤ ਨਾਮਦੇਵ ਸਾਹਿਬ ਵਾਂਗੂ ਕਹਿੰਦੇ ਨੇ ਕਿ ਜਿੱਧਰ ਵੀ ਝਾਤ ਮਾਰਦਾ ਲੋਕ ਚਾਰ ਦਿਸ਼ਾਵਾਂ ਦੀ ਗੱਲ ਕਰਦੇ ਨੇ। ਮੈਂ ਤੇ ਆਕਾਸ਼ ਵਿੱਚ ਵੀ ਉਸ ਪਰਮਾਤਮਾ ਨੂੰ ਵੇਖ ਰਿਹਾ ਹਾਂ, ਤੇ ਇਸ ਧਰਤੀ ਦੇ ਵਿੱਚ ਵੀ ਉਸ ਪਰਮਾਤਮਾ ਨੂੰ ਹੀ ਵੇਖ ਰਿਹਾ। ਜੜ ਦੇ ਵਿੱਚ ਲੋਕ ਕਹਿੰਦੇ ਨੇ ਕਿ 42 ਲੱਖ ਜੀਵ ਹੁੰਦੇ ਨੇ, ਮੈਂ ਤਾਂ ਉਹਨਾਂ ਜੀਵਾਂ ਦੇ ਵਿੱਚ ਵੀ ਪਰਮਾਤਮਾ ਦੀ ਜੋਤ ਨੂੰ ਵੇਖ ਰਿਹਾ। ਇੱਥੋਂ ਤੱਕ ਕਿ ਭਗਤ ਸਾਹਿਬ ਜੀ ਕਹਿੰਦੇ ਨੇ ਮੈਨੂੰ ਕੋਈ ਚੀਜ਼ ਨਜ਼ਰ ਨਹੀਂ ਆਉਂਦੀ, ਕੋਈ ਇਸ ਤਰ੍ਹਾਂ ਦੀ ਦਿਸ਼ਾ ਨਜ਼ਰ ਨਹੀਂ ਆਉਂਦੀ ਜਿੱਥੇ ਉਹ ਪਰਮਾਤਮਾ ਨਾ ਹੋਵੇ। ਈਬੈ ਬੀਠੁਲ ਉਬੈ ਬੀਠੁਲ, ਬੀਠੁਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਨਾਮਾ ਪ੍ਰਣਵੈ, ਪੂਰ ਰਹਿਓ ਤੂੰ ਸਰਬ ਮਹੀ। ਇਹ ਤੇ ਗੱਲ ਹੋ ਗਈ ਸਨਮੁਖ ਦੀ। ਇਹ ਤਾਂ ਗੱਲ ਹੋ ਗਈ ਜਿਨ੍ਹਾਂ ਨੇ ਤੱਕਿਆ ਹੈ, ਵੇਖਿਆ। ਪਰ ਅਜੇ ਤੱਕ ਆਪਾਂ ਆਪਣੇ ਸਰੀਰ ਅੰਦਰੋਂ ਆਤਮਾ ਨੂੰ ਨਹੀਂ ਵੇਖ ਸਕੇ, ਸਰੀਰ ਬਾਰੇ ਜਾਣ ਨਹੀਂ ਸਕੇ, ਫਿਰ ਪਰਮਾਤਮਾ ਨੂੰ ਵੇਖਣ ਦੀ ਗੱਲ ਤਾਂ ਅਜੇ ਇੱਕ ਪਾਸੇ ਹੈ।
ਕੀ ਸਾਨੂੰ ਆਪਣੇ ਸਰੀਰ ਬਾਰੇ ਪਤਾ ਲੱਗ ਗਿਆ ਹੈ ਕਿ ਸਰੀਰ ਕਿਹੜੀਆਂ ਕਿਹੜੀਆਂ ਨਾੜੀਆਂ ਦੇ ਸੁਮੇਲ ਦੇ ਨਾਲ ਬਣਿਆ ਹੋਇਆ? ਇਹ ਸਰੀਰ ਦਾ ਢਾਂਚਾ, ਇਹ ਸਰੀਰ ਦੀ ਬਣਤਰ ਕਿਵੇਂ ਬਣੀ ਹੋਈ ਹੈ? ਇਹ ਸਰੀਰ ਕਿਵੇਂ ਕੰਮਕਾਜ ਕਰਦਾ ਹੈ? ਮਹਾਰਾਜ ਜੀ ਕਹਿੰਦੇ ਅਜੇ ਤੱਕ ਮਨੁੱਖ ਨੂੰ ਇਹ ਸਮਝ ਨਹੀਂ ਆਈ। ਉਦਾਹਰਨਾਂ ਕੁਝ ਕੁ ਆਪ ਜੀ ਦੇ ਸਾਹਮਣੇ ਰੱਖਣੀਆਂ ਨੇ। ਕੋਈ ਇਨਸਾਨ ਦੁਰਘਟਨਾ ਦੇ ਵਿੱਚ ਆਪਣੇ ਕਿਸੇ ਅੰਗ ਨੂੰ ਖੋ ਦੇਵੇ, ਦੁਰਘਟਨਾ ਦੇ ਵਿੱਚ ਅੱਖਾਂ ਚਲੀਆਂ ਜਾਣ, ਇਹ ਨੱਕ ਚਲਾ ਜਾਏ, ਇਹ ਕੰਨ ਚਲਾ ਜਾਏ, ਹੱਥ ਪੈਰ ਟੁੱਟ ਜਾਣ ਜਾਂ ਚਲੇ ਜਾਣ, ਇਹ ਲੱਤ ਚਲੀ ਜਾਏ, ਰਿਸ਼ਤੇਦਾਰ ਆਉਂਦੇ ਨੇ, ਦੋਸਤ ਮਿੱਤਰ ਆਉਂਦੇ ਨੇ, ਤੇ ਆ ਕੇ ਜਦੋਂ ਉਸ ਦਾ ਹਾਲ ਚਾਲ ਪੁੱਛਦੇ ਨੇ, ਪਤਾ ਲੈਂਦੇ ਨੇ, ਤੇ ਇਹੀ ਗੱਲ ਅਖੀਰ ਤੇ ਜਾ ਕੇ ਕਹਿੰਦੇ ਨੇ ਕਿ ਫਿਰ ਕੀ ਹੋਇਆ? ਜੇ ਇਹ ਹੱਥ ਚਲਾ ਗਿਆ, ਤੂੰ ਬਚ ਗਿਆ, ਮਾਲਕ ਦਾ ਸ਼ੁਕਰਾਨਾ ਕਰ। ਇਹ ਲੱਤ ਚਲੀ ਗਈ, ਫਿਰ ਵੀ ਮਾਲਕ ਦਾ ਸ਼ੁਕਰਾਨਾ ਕਰਕੇ ਤੂੰ ਅਜੇ ਜਿੰਦਾ ਹੈ। ਜਿੰਨੇ ਵੀ ਲੋਕ ਮਿਲਣ ਦੇ ਵਾਸਤੇ ਆਉਂਦੇ ਨੇ, ਪਤਾ ਲੈਣ ਦੇ ਵਾਸਤੇ ਆਉਂਦੇ ਨੇ, ਇਹੀ ਗੱਲ ਕਰਦੇ ਨੇ, ਕੋਈ ਨਹੀਂ ਹੋਇਆ, ਤੂੰ ਬਚ ਗਿਆ, ਕੋਈ ਗੱਲ ਨਹੀਂ। ਉਹ ਤੂੰ ਕੀ ਹੈ ਜੋ ਬਚ ਗਿਆ? ਕਿ ਇਹ ਲੱਤ ਤੂੰ ਹੈ, ਕਿ ਇਹ ਬਾਂਹ ਤੂੰ ਹੈ, ਇਹ ਅੱਖਾਂ ਤੂੰ ਨੇ, ਇਹ ਕੰਨ ਤੂੰ ਹੈ, ਜਾਂ ਇਹ ਨੱਕ ਤੂੰ ਹੈ? ਨਹੀਂ, ਸਰੀਰ ਦਾ ਅੰਗ ਕੋਈ ਤੂੰ ਨਹੀਂ, ਜਿਸ ਨੂੰ ਬਾਰ-ਬਾਰ ਦੋਸਤ ਮਿੱਤਰ ਰਿਸ਼ਤੇਦਾਰ ਸ਼ਰੀਕੇ ਵਾਲੇ ਆਂਢ ਗੁਆਂਢ ਦੇ ਲੋਕ ਕਹਿ ਰਹੇ ਨੇ ਕਿ ਤੂੰ ਬਚ ਗਿਆ। ਉਹ ਤੂੰ ਕੌਣ ਹੈ? ਉਹ ਤੂੰ ਆਤਮਾ ਹੈ। ਇੱਕ ਮਾਤਾ ਜਿਸ ਦੇ ਗੋਦੀ ਦੇ ਵਿੱਚ ਛੋਟਾ ਜਿਹਾ ਜੇ ਪੁੱਤਰ ਹੈ, ਬਾਲਕ ਹੈ, ਤੇ ਸਭ ਤੋਂ ਜ਼ਿਆਦਾ ਬੱਚੇ ਦਾ ਪ੍ਰੇਮ ਆਪਣੀ ਮਾਤਾ ਦੇ ਨਾਲ ਹੁੰਦਾ ਹੈ। ਅਜੇ ਉਹ ਬੱਚਾ ਮਾਤਾ ਦੀ ਗੋਦ ਦੇ ਵਿੱਚ ਹੀ ਬੈਠਾ ਹੋਇਆ ਹੈ, ਤੁਰਨ ਜੋਗਾ ਨਹੀਂ ਹੈ, ਚੱਲਣ ਫਿਰਨ ਜੋਗਾ ਨਹੀਂ, ਗੱਲਬਾਤ ਕਰਨ ਜੋਗਾ ਨਹੀਂ ਹੈ। ਮਾਂ ਸੇਵਾ ਸੰਭਾਲ ਕਰਦੀ ਹੈ, ਪਰ ਮਾਲਕ ਦੀ ਕਰਨੀ ਹੈ। ਉਸ ਮਾਤਾ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਜਿਹੜੇ ਬੱਚੇ ਨੂੰ ਗੋਦੀ ਦੇ ਵਿੱਚ ਚੁੱਕਿਆ ਹੋਇਆ, ਉਹ ਬੱਚਾ ਚਲਾ ਗਿਆ, ਪਰ ਮਾਂ ਫਿਰ ਵੀ ਮਮਤਾ ਦੀ ਮਾਰੀ, ਮੋਹ ਦੀ ਮਾਰੀ, ਬੱਚੇ ਦੇ ਸਿਰ ਦੇ ਉੱਪਰ ਹੱਥ ਫੇਰੀ ਜਾ ਰਹੀ ਹੈ, ਪਲੋਸੀ ਜਾ ਰਹੀ ਹੈ। ਕੋਈ ਦੂਜਾ ਸੱਜਣ ਆ ਕੇ ਕਹਿੰਦਾ ਹੈ ਕਿ ਐ ਮਾਤਾ, ਜਿਹੜੇ ਬੱਚੇ ਦੇ ਸਿਰ ਦੇ ਉੱਪਰ ਬਾਰ-ਬਾਰ ਤੂੰ ਇਹ ਪਲੋਸ ਰਹੀ ਹੈ, ਹੱਥ ਫੇਰ ਰਹੀ ਹੈ, ਉਹ ਬੱਚਾ ਤਾਂ ਕਦੋਂ ਦਾ ਚਲਾ ਗਿਆ, ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ। ਉਹ ਕਿਹੜੀ ਚੀਜ਼ ਹੈ? ਸਰੀਰ ਉੱਥੇ ਪਿਆ ਹੋਇਆ ਹੈ, ਅੰਗ ਪੈਰ ਉੱਥੇ ਹੀ ਨੇ, ਕੌਣ ਚਲਾ ਗਿਆ? ਮਹਾਰਾਜ ਜੀ ਕਹਿੰਦੇ ਨੇ ਉਹ ਜਿੰਦ ਹੈ, ਉਹ ਆਤਮਾ ਜੋ ਚਲਾ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਇਸ ਜਿੰਦ ਬਾਰੇ ਤੇ ਪਰਮਾਤਮਾ ਬਾਰੇ ਬਹੁਤ ਸਾਰੇ ਵਿਸ਼ਿਆਂ ਦੇ ਉੱਪਰ ਸਾਨੂੰ ਸਮਝਾਇਆ ਹੈ। ਜਦੋਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਗੁਰੂ ਅਮਰਦਾਸ ਮਹਾਰਾਜ ਪਿਤਾ ਜੀ ਆਤਮਾ ਬਾਰੇ ਕਹਿੰਦੇ ਨੇ ਕਿ ਉਹ ਸਖਾਰੀ ਨੇ ਸਰੀਰ ਰੂਪੀ ਗੁਫਾ ਦੇ ਅੰਦਰ ਆਪਣੀ ਆਤਮਾ ਨੂੰ, ਆਪਣੀ ਜਿੰਦ ਨੂੰ, ਆਪਣੀ ਅੰਸ਼ ਨੂੰ ਟਿਕਾ ਦਿੱਤਾ ਹੈ ਤੇ ਇਹਨਾਂ ਸਵਾਸਾਂ ਦਾ ਵਾਜਾ ਵਜਾ ਦਿੱਤਾ ਹੈ। ਸਰੀਰ ਦੀ ਜੋ ਪੈਦਾਇਸ਼ ਹੈ ਇਸ ਢੰਗ ਦੇ ਨਾਲ ਹੋਈ ਹੈ। ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਜਾਂ ਹਜ਼ੂਰ ਕਹਿੰਦੇ ਨੇ ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ। ਉਹ ਜੋਤ ਉਹ ਆਤਮਾ ਹੈ। ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਜਦੋਂ ਇੱਕ ਓੰਕਾਰ ਦੀ ਉਸ ਪਰਮਾਤਮਾ ਦੀ ਗੱਲ ਚੱਲਦੀ ਹੈ ਤੇ ਜਿਹੜਾ ਨਾਸਤਿਕ ਮਨੁੱਖ ਹੈ ਉਹ ਇਹ ਗੱਲ ਜ਼ਰੂਰ ਕਰੇਗਾ, ਸਵਾਲ ਜ਼ਰੂਰ ਕਰੇਗਾ ਕਿ ਪਰਮਾਤਮਾ ਅੱਜ ਤੱਕ ਕਿਸ ਨੇ ਵੇਖਿਆ ਹੈ? ਕਿ ਪਰਮਾਤਮਾ ਨਜ਼ਰ ਆਉਂਦਾ ਹੈ? ਤੇ ਮਹਾਰਾਜ ਜੀ ਕਹਿੰਦੇ ਨੇ ਕਿ ਤੈਨੂੰ ਉਦਾਹਰਨਾਂ ਦੀ ਲੋੜ ਹੈ, ਤੂੰ ਪਰਮਾਤਮਾ ਵੇਖਿਆ ਨਹੀਂ ਹੈ। ਤੇ ਇਹ ਮਨੁੱਖ ਦੀ ਇਹ ਕਠਿਨਾਈ ਹੈ, ਜਾਂ ਇਹ ਮਨੁੱਖ ਦਾ ਦੁਰਭਾਗ ਹੈ, ਬਦਕਿਸਮਤੀ ਹੈ। ਸੰਸਾਰ ਦੇ ਵਿੱਚ ਇਹ ਜੀਵ ਰਹਿਣ ਵਾਲਾ ਹੈ ਤੇ ਇਸ ਮਨੁੱਖ ਨੂੰ ਸਮਝਾਉਣ ਵਾਸਤੇ ਉਦਾਹਰਨਾਂ ਸੰਸਾਰ ਦੀਆਂ ਦੇਣੀਆਂ ਪੈਂਦੀਆਂ ਨੇ।
ਪਰ ਸੰਸਾਰ ਦੀਆਂ ਦਿੱਤੀਆਂ ਹੋਈਆਂ ਉਦਾਹਰਨਾਂ ਦੇ ਉੱਤੇ ਇਸ ਦਾ ਭਰੋਸਾ ਨਹੀਂ ਬਣਦਾ, ਯਕੀਨ ਨਹੀਂ ਬਣਦਾ। ਜੇ ਇਸ ਮਨੁੱਖ ਨੂੰ ਕਿਸੇ ਅਦ੍ਰਿਸ਼ ਚੀਜ਼ ਦੀ ਉਦਾਹਰਨ ਦਿੱਤੀ ਜਾਏ, ਇਹ ਮਨੁੱਖ ਫਿਰ ਤਰਕ ਕਰੇਗਾ, ਉਹ ਮਨੁੱਖ ਮੰਨੇਗਾ ਨਹੀਂ। ਕਿਉਂਕਿ ਪਹਿਲਾਂ ਜੇ ਪਰਮਾਤਮਾ ਨੂੰ ਹੀ ਨਹੀਂ ਵੇਖਿਆ ਹੋਇਆ ਤੇ ਅਦ੍ਰਿਸ਼ ਚੀਜ਼ ਦੀ ਉਦਾਹਰਨ ਦਿੱਤਿਆਂ ਕਿਵੇਂ ਸਵੀਕਾਰ ਕਰੇਗਾ, ਕਿਵੇਂ ਕਬੂਲ ਕਰੇਗਾ। ਤੇ ਮਹਾਰਾਜ ਅੰਮ੍ਰਿਤ ਬਾਣੀ ਦੇ ਵਿੱਚ ਕਹਿੰਦੇ ਨੇ, ਕੋਈ ਮਨੁੱਖ ਇਹ ਸਵਾਲ ਕਰਦਾ ਹੈ ਤੇ ਉਸ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ, ਜੰਗਲ ਦੇ ਵਿੱਚ ਜਿੰਨੇ ਵੀ ਰੁੱਖ ਨੇ, ਜਿੰਨੀ ਵੀ ਇਹ ਬਨਸਪਤੀ ਹੈ, ਸਾਰਿਆਂ ਦੇ ਵਿੱਚ ਅਗਨੀ ਦਾ ਨਿਵਾਸ ਹੈ। ਪਰ ਇਹ ਮਨੁੱਖ ਕਹੇਗਾ ਅਗਨੀ ਕਿੱਥੇ ਹੈ? ਉਸ ਲੱਕੜ ਦੇ ਇਹ ਮੰਜੇ ਬਣਦੇ ਨੇ, ਉਸ ਲੱਕੜ ਤੋਂ ਇਹ ਦਰਵਾਜ਼ੇ ਬਣਦੇ ਨੇ, ਕਿੰਨਾ ਕੁਛ ਹੈ ਜੋ ਲੱਕੜੀ ਤੋਂ ਤਿਆਰ ਕੀਤਾ ਜਾਂਦਾ ਹੈ। ਕਦੇ ਦਰਵਾਜ਼ਿਆਂ ਨੂੰ ਅੱਗ ਲੱਗੀ ਹੋਈ ਵੇਖੀ ਨਹੀਂ ਹੈ, ਇਹਨਾਂ ਮੰਜਿਆਂ ਨੂੰ ਅੱਗ ਲੱਗੀ ਹੋਈ ਵੇਖੀ ਨਹੀਂ ਹੈ। ਅੱਗ ਕਿਵੇਂ ਹੋ ਸਕਦੀ ਹੈ? ਮਹਾਰਾਜ ਜੀ ਕਹਿੰਦੇ ਨੇ, ਸਮਾਂ ਸੀ ਜਦੋਂ ਇਹਨਾਂ ਲੱਕੜੀਆਂ ਨੂੰ ਰਗੜ ਕੇ ਅੱਗ ਪੈਦਾ ਕੀਤੀ ਜਾਂਦੀ ਸੀ। ਜੰਗਲਾਂ ਦੇ ਜੰਗਲ ਕਈ ਵਾਰ ਸੜ ਕੇ ਰਾਖ ਹੋ ਜਾਂਦੇ ਸਨ। ਜਦੋਂ ਕਈ ਵਾਰ ਹਨੇਰੀ ਆਉਣੀ, ਕਈ ਵਾਰ ਤੂਫਾਨ ਆਉਣਾ, ਤੇ ਜੰਗਲ ਦੇ ਵਿੱਚ, ਵਨ ਦੇ ਵਿੱਚ ਕਈ ਵਾਰ ਆਪਸ ਦੇ ਵਿੱਚ ਕਈ ਦਰਖਤਾਂ ਨੇ ਟਕਰਾਉਣਾ, ਕਈ ਵਾਂਸਾਂ ਦੇ ਦਰਖਤਾਂ ਨੇ ਟਕਰਾਉਣਾ, ਤੇ ਉਹਨਾਂ ਦੇ ਟਕਰਾਉਣ ਦੇ ਨਾਲ, ਰਗੜ ਦੇ ਨਾਲ ਅੱਗ ਪੈਦਾ ਹੋ ਜਾਣੀ। ਜੰਗਲ ਦੇ ਜੰਗਲ ਸੜ ਕੇ ਰਾਖ ਹੋ ਜਾਣੇ। ਕਿ ਉੱਥੇ ਕੋਈ ਅੱਗ ਬਾਲਣ ਵਾਲਾ ਸੀ, ਆਪਣੇ ਆਪ ਹੀ ਲੱਕੜੀ ਦੇ ਵਿੱਚੋਂ ਅੱਗ ਪੈਦਾ ਹੋਈ ਤੇ ਸਾਰਾ ਜੰਗਲ ਸੜ ਕੇ ਰਾਖ ਹੋ ਗਿਆ। ਹਜ਼ੂਰ ਕਹਿੰਦੇ ਨੇ, ਇਸੇ ਤਰ੍ਹਾਂ ਸਾਰੇ ਜੰਗਲ ਦੇ ਵਿੱਚ, ਸਾਰੇ ਰੁੱਖਾਂ ਦੇ ਵਿੱਚ, ਦਰਖਤਾਂ ਦੇ ਵਿੱਚ, ਬਨਸਪਤੀ ਦੇ ਵਿੱਚ ਅਗਨੀ ਦਾ ਨਿਵਾਸ ਹੈ, ਪਰ ਉਹ ਦਿਖਾਈ ਨਹੀਂ ਦਿੰਦੀ। ਉਸ ਅਗਨੀ ਨੂੰ ਪ੍ਰਗਟ ਕਰਨ ਦੇ ਵਾਸਤੇ ਤਰੀਕਾ ਚਾਹੀਦਾ, ਜੁਗਤੀ ਚਾਹੀਦੀ ਹੈ। ਪਰਮਾਤਮਾ ਨੂੰ ਜੇ ਤੱਕਣਾ ਹੈ, ਵੇਖਣਾ ਹੈ, ਤੇ ਗੁਰੂ ਉਹ ਜੁਗਤੀ ਦੱਸੇਗਾ, ਜਿਸ ਜੁਗਤੀ ਦੇ ਨਾਲ, ਤਰੀਕੇ ਦੇ ਨਾਲ ਪਰਮਾਤਮਾ ਨੂੰ ਵੇਖਿਆ ਜਾਂਦਾ ਹੈ। ਪਰ ਮਹਾਰਾਜ ਜੀ ਕਹਿੰਦੇ ਨੇ, ਜਦੋਂ ਤੂੰ ਸੰਸਾਰ ਦੇ ਵਿੱਚ ਪਰਮਾਤਮਾ ਦੀ ਜੋਤ ਨੂੰ ਵੇਖਣ ਵਾਸਤੇ ਤੁਰੇਗਾ, ਉਸ ਦਿਨ ਪਰਮਾਤਮਾ ਖੁਸ਼ ਹੋਵੇਗਾ, ਪ੍ਰਸੰਨ ਹੋਵੇਗਾ, ਜ਼ਰੂਰ ਦੀਦਾਰ ਤੈਨੂੰ ਹੋਵੇਗਾ। ਇਹ ਹੋ ਹੀ ਨਹੀਂ ਸਕਦਾ ਕਿ ਕੋਈ ਮਨੁੱਖ ਜਿਸ ਪਾਸੇ ਵੱਲ ਚੱਲਿਆ ਹੋਵੇ, ਮੰਜ਼ਿਲ ਵੱਲ ਚੱਲਿਆ ਹੋਵੇ ਭਾਵਨਾ ਦੇ ਨਾਲ, ਤੇ ਉਹ ਮੰਜ਼ਿਲ ਦੀ ਪ੍ਰਾਪਤੀ ਨਾ ਹੋਵੇ। ਇਹ ਹੋ ਹੀ ਨਹੀਂ ਸਕਦਾ। ਅੱਜ ਪ੍ਰਾਪਤੀ ਨਹੀਂ ਹੋਵੇਗੀ, ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਵੇਗੀ। ਆਉਣ ਵਾਲੇ ਸਮੇਂ ਦੇ ਵਿੱਚ, ਇਸ ਜੀਵਨ ਦੇ ਵਿੱਚ ਨਾ ਹੋਈ ਤੇ ਮਾਲਕ ਰਹਿਮਤ ਕਰਕੇ, ਤਰਸ ਕਰਕੇ ਫਿਰ ਅਵਸਰ ਦੇ ਦੇਵੇਗਾ, ਮੌਕਾ ਜ਼ਰੂਰ ਬਖਸ਼ਿਸ਼ ਕਰ ਦੇਵੇਗਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਇਹ ਬੜਾ ਔਖਾ ਹੈ, ਕਠਿਨ ਹੈ ਕਿ ਸੰਸਾਰ ਦੇ ਵਿੱਚ, ਸਾਰੇ ਜੀਵਨ ਦੇ ਵਿੱਚ ਪਰਮਾਤਮਾ ਨੂੰ ਵੇਖ ਸਕੀਏ। ਕੀ ਵੈਰੀ ਦੇ ਵਿੱਚ ਵੇਖ ਸਕਾਂਗੇ? ਕਿ ਜਿਸ ਦੇ ਨਾਲ ਆਪਾਂ ਈਰਖਾ ਕਰਦੇ ਉਸ ਵਿੱਚ ਪਰਮਾਤਮਾ ਨੂੰ ਵੇਖ ਸਕਾਂਗੇ? ਬੜਾ ਔਖਾ ਹੈ, ਬੜਾ ਕਠਿਨ ਹੈ। ਭਾਈ ਕਨ੍ਹਈਆ ਜੀ ਦੇ ਵਰਗਾ ਕੋਈ ਵਿਰਲਾ ਵਿਰਲਾ ਹੁੰਦਾ ਹੈ। ਭਾਈ ਕਨ੍ਹਈਆ ਸਾਹਿਬ ਜੀ ਦੇ ਬਾਰੇ ਆਪ ਜੀ ਨੇ ਤਾਂ ਸੁਣਿਆ ਹੀ ਹੈ ਕਿ ਮਹਾਰਾਜ ਜੀ ਜੰਗ ਲੜ ਰਹੇ ਨੇ, ਯੁੱਧ ਕਰ ਰਹੇ ਨੇ, ਤੇ ਭਾਈ ਕਨ੍ਹਈਆ ਜੀ ਮੋਢੇ ਦੇ ਉੱਪਰ ਮਸ਼ਕ ਚੁੱਕ ਕੇ ਪਾਣੀ ਦੀ, ਜਿੱਥੇ ਸਿੱਖਾਂ ਨੂੰ ਪਾਣੀ ਪਿਲਾ ਰਹੇ ਨੇ, ਉੱਥੇ ਦੁਸ਼ਮਣਾਂ ਨੂੰ, ਵੈਰੀਆਂ ਨੂੰ ਵੀ ਪਾਣੀ ਪਿਲਾਈ ਜਾਂਦੇ ਨੇ। ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਜਿਹੜੇ ਸਿੱਖ ਨੇ, ਭਾਵੇਂ ਉਹਨਾਂ ਨੇ ਸ਼ਿਕਾਇਤ ਵੀ ਕੀਤੀ, ਕਹਿਣ ਲੱਗੇ ਮਹਾਰਾਜ ਭਾਈ ਕਨ੍ਹਈਆ ਸਿੱਖ ਹੋ ਕੇ ਮੁਗਲਾਂ ਨੂੰ ਪਾਣੀ ਪਿਲਾਈ ਜਾ ਰਿਹਾ, ਪਠਾਣਾਂ ਨੂੰ ਪਾਣੀ ਪਿਲਾਈ ਜਾ ਰਿਹਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ੰਕਾ ਦੂਰ ਕਰਨ ਵਾਸਤੇ ਬੁਲਾਇਆ ਵੀ। ਤੇ ਅੱਗੋਂ ਭਾਈ ਕਨ੍ਹਈਆ ਜੀ ਕਹਿੰਦੇ ਨੇ, ਮਹਾਰਾਜ ਦੂਜਾ ਕੌਣ ਹੈ? ਦੂਜਾ ਹੋਏ ਸੋ ਅਵਰੋ ਕਈ ਹੈ। ਜੇ ਕੋਈ ਸੰਸਾਰ ਵਿੱਚ ਤੇਰੇ ਤੋਂ ਇਲਾਵਾ, ਪਰਮਾਤਮਾ ਤੋਂ ਇਲਾਵਾ ਕੋਈ ਦੂਜਾ ਹੋਵੇ ਤਾਂ ਹੀ ਤੇ ਮੈਂ ਉਸ ਦੇ ਨਾਲ ਵਿਤਕਰਾ ਕਰਾਂ, ਪਰ ਦੂਜਾ ਨਜ਼ਰ ਹੀ ਨਹੀਂ ਆਉਂਦਾ। ਤੂੰ ਹੀ ਤਾਂ ਸਾਰਿਆਂ ਦੇ ਵਿੱਚ ਬੈਠਾ ਹੋਇਆ, ਤੇ ਜਦੋਂ ਤੇਰੇ ਵੱਲੋਂ ਹੁਕਮ ਹੁੰਦਾ ਮੈਂ ਪਾਣੀ ਪਿਲਾ ਦੇਣਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੰਨਾ ਕੁ ਜ਼ਿਆਦਾ ਖੁਸ਼ ਹੋਏ, ਪ੍ਰਸੰਨ ਹੋਏ, ਆਪਣੇ ਜੇਬ ਦੇ ਵਿੱਚੋਂ ਮਲਮ ਪੱਟੀ ਕੱਢੀ ਹੈ। ਮਲਮ ਪੱਟੀ ਫੜਾ ਕੇ ਕਹਿੰਦੇ ਨੇ, ਕੇਵਲ ਪਾਣੀ ਨਹੀਂ, ਇਹ ਮਲਮ ਪੱਟੀ ਦੀ ਸੇਵਾ ਵੀ ਕਰਨੀ ਸ਼ੁਰੂ ਕਰ ਦਿਓ। ਇਸ ਤਰ੍ਹਾਂ ਦਾ ਭਾਈ ਕਨ੍ਹਈਆ ਜੀ ਦੇ ਵਰਗਾ ਕੋਈ ਵਿਰਲਾ ਵਿਰਲਾ ਇਨਸਾਨ ਹੁੰਦਾ ਹੈ, ਮਨੁੱਖ ਹੁੰਦਾ ਹੈ।
ਜੋ ਗੁਰੂ ਤੇ ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ। ਇੱਕ ਓੰਕਾਰ ਤੋਂ ਉਪਰੰਤ ਜਿਹੜਾ ਸ਼ਬਦ ਹੈ ਉਹ ਹੈ ਸਤਨਾਮ। ਜਿਹੜਾ ਸਤ ਸ਼ਬਦ ਹੈ ਸੰਸਕ੍ਰਿਤ ਭਾਸ਼ਾ ਤੋਂ ਆਇਆ ਹੋਇਆ। ਸਤ ਦੇ ਤੱਤੇ ਨੂੰ ਸਿਹਾਰੀ ਹੈ। ਇਹ ਸੰਸਕ੍ਰਿਤ ਵਿੱਚ ਸੱਸਾ ਤੇ ਤੱਤਾ ਤੇ ਯਈਆ ਸਤਯ ਕਰਕੇ ਉਚਾਰਨ ਕੀਤਾ ਜਾਂਦਾ ਹੈ, ਪਰ ਪੰਜਾਬੀ ਦੇ ਵਿੱਚ ਆਪਾਂ ਸਤ ਉਚਾਰਨ ਕਰਦੇ ਹਾਂ। ਸਤ ਦਾ ਅਰਥ ਹੈ ਸਦੀਵੀ ਹੋਣ ਵਾਲਾ, ਸਦਾ ਰਹਿਣ ਵਾਲਾ। ਨਾਮ ਦਾ ਅਰਥ ਹੈ ਜਿਸਦਾ ਨਾਮਣਾ ਸੱਚ ਹੈ, ਸਦਾ ਰਹਿਣ ਵਾਲਾ ਹੈ। ਕੀ ਸਾਡਾ ਨਾਮਣਾ ਸਦਾ ਰਹੇਗਾ? ਸਾਡਾ ਨਾਮਣਾ ਸਦਾ ਰਹਿਣ ਦੀ ਗੱਲ ਤਾਂ ਬੜੀ ਦੂਰ ਹੈ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਸਲੋਕ ਹੈ, ਉਹ ਕਹਿੰਦੇ ਨੇ ਕਦੇ ਆਪਣੇ ਪੂਰਵਜਾਂ ਦੇ ਵੱਲ ਝਾਤ ਮਾਰੀ ਹੈ ਕਿ ਤੈਨੂੰ ਉਹਨਾਂ ਦੇ ਨਾਮ ਯਾਦ ਨੇ? ਅੱਗੋਂ ਮਨੁੱਖ ਕਹੇਗਾ ਯਾਦ ਹੈ, ਮੈਨੂੰ ਆਪਣੇ ਦਾਦਾ ਜੀ ਦਾ ਨਾਮ ਯਾਦ ਹੈ, ਪੜਦਾਦਾ ਜੀ ਦਾ ਨਾਮ ਯਾਦ ਹੈ, ਪੜਦਾਦੀ ਜੀ ਦਾ ਨਾਮ ਯਾਦ ਹੈ, ਦਾਦੀ ਜੀ ਦਾ ਨਾਮ ਯਾਦ ਹੈ। ਅੱਗੇ ਮਨੁੱਖ ਕਹੇਗਾ ਨਹੀਂ ਪਤਾ, ਕਦੇ ਸੁਣਿਆ ਹੀ ਨਹੀਂ, ਕਿਵੇਂ ਯਾਦ ਹੋਵੇਗਾ, ਕਿਵੇਂ ਪਤਾ ਹੋਵੇਗਾ? ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਆਪਣੇ ਮਾਪਿਆਂ ਦੇ ਵੱਲ ਕਦੇ ਝਾਤ ਮਾਰ, ਮਾਤਾ ਪਿਤਾ ਦੇ ਵੱਲ ਝਾਤ ਮਾਰ। ਜਿਹੜੇ ਮਾਤਾ ਪਿਤਾ ਨੇ ਤੈਨੂੰ ਪਾਲਿਆ, ਜਿਹੜੇ ਮਾਤਾ ਪਿਤਾ ਨੇ ਤੈਨੂੰ ਖਿਡਾਇਆ, ਬੋਲਣਾ ਸਿਖਾਇਆ, ਚੱਲਣਾ ਸਿਖਾਇਆ, ਉਹ ਮਾਪੇ ਕਿੱਧਰ ਤੁਰ ਗਏ? ਇਹ ਮਨੁੱਖ ਕਹਿੰਦਾ ਹੈ ਕਿ ਜਿਸ ਤਰ੍ਹਾਂ ਸੰਸਾਰ ਦੀ ਕਾਰ ਹੈ ਉਸੇ ਤਰ੍ਹਾਂ ਉਹ ਵੀ ਚਲੇ ਗਏ। ਤੇ ਫਿਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਆਪਣੇ ਵੱਲ ਵੀ ਝਾਤ ਮਾਰਨੀ ਸ਼ੁਰੂ ਕਰ ਦੇ, ਆਰੰਭ ਕਰ ਦੇ। ਫਰੀਦਾ ਕਿੱਥੇ ਤੈਡੇ ਮਾਪਿਆ, ਜਿਨੀ ਤੂੰ ਜਣਿਓ ਹੈ, ਤੈ ਪਾਸੋਂ ਓਏ ਲੱਦ ਗਏ, ਤੂੰ ਅਜੈ ਨਾ ਪਤੀਣੋ ਹੈ। ਤੇਰੇ ਵਿੰਦਿਆਂ ਵਿੰਦਿਆਂ ਉਹ ਸੰਸਾਰ ਤੋਂ ਕੂਚ ਕਰ ਗਏ, ਚਲੇ ਗਏ, ਪਰ ਅਜੇ ਵੀ ਤੂੰ ਪਤੀਜਿਆ ਨਹੀਂ, ਅਜੇ ਵੀ ਤੂੰ ਆਪਣੇ ਸਰੀਰ ਦੇ ਵੱਲ ਝਾਤ ਨਹੀਂ ਮਾਰੀ। ਬਾਬਾ ਫਰੀਦ ਸਾਹਿਬ ਜੀ ਨੇ ਇਹ ਇੰਨਾ ਕੁ ਕੀਮਤੀ ਸਲੋਕ ਉਚਾਰਨ ਕੀਤਾ ਹੈ, ਪਰ ਆਪਾਂ ਇਹ ਸਲੋਕ ਬੜੀ ਛੇਤੀ ਪੜ੍ਹ ਕੇ ਅੱਗੇ ਤੁਰ ਪੈਂਦੇ ਹਾਂ। ਹਰੇਕ ਬਾਣੀ ਦਾ ਸਲੋਕ, ਹਰੇਕ ਪੰਕਤੀ ਸਾਨੂੰ ਟਿਕਣ ਦੇ ਵਾਸਤੇ, ਖਲੋਣ ਵਾਸਤੇ ਕਹਿੰਦੀ ਹੈ ਕਿ ਐ ਪੜ੍ਹਨ ਵਾਲਿਆ, ਇਸ ਪੰਕਤੀ ਦੇ ਉੱਤੇ ਖਲੋ ਕੇ ਜੇ ਤੂੰ ਵਿਚਾਰ ਕਰੇ ਤੇ ਸਾਰਾ ਜੀਵਨ ਲੰਘ ਜਾਏਗਾ, ਪਰ ਪੰਕਤੀ ਦੇ ਉੱਪਰ ਤੁਰਨਾ ਮੁਸ਼ਕਿਲ ਹੋ ਜਾਵੇਗਾ, ਅਮਲ ਕਰਨਾ ਮੁਸ਼ਕਿਲ ਹੋ ਜਾਵੇਗਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚ ਜਿਹੜਾ ਸਤਨਾਮ ਸ਼ਬਦ ਹੈ, ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਵੀ ਭਗਤ ਰਵਿਦਾਸ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਆਪ ਜੀ ਕਈ ਵਾਰ ਇਹ ਸ਼ਬਦ ਵੀ ਸਰਵਣ ਕਰਦੇ ਹੋ, ਸਤਨਾਮ ਹੈ ਹਰ ਭੋਗ ਤੁਹਾਰੇ। ਇਹ ਭਗਤ ਰਵਿਦਾਸ ਸਾਹਿਬ ਜੀ ਦਾ ਸ਼ਬਦ ਹੈ। ਬਾਬਾ ਕਬੀਰ ਸਾਹਿਬ ਜੀ ਨੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪਹਿਲਾਂ ਸਤਨਾਮ ਸ਼ਬਦ ਉਚਾਰਨ ਕੀਤਾ ਹੈ। ਤੇ ਆਪ ਦੇ ਗਿਆਤ ਵਾਸਤੇ ਅਰਜ਼ ਕਰਾਂ, ਬਾਬਾ ਕਬੀਰ ਸਾਹਿਬ ਜੀ ਸਤਨਾਮ ਦਾ ਉਚਾਰਨ ਕਰਦੇ ਸਨ। ਜਿਹੜਾ ਬਾਬਾ ਕਬੀਰ ਸਾਹਿਬ ਜੀ ਦਾ ਮੰਤਰ ਸੀ ਉਹ ਸਤਨਾਮ ਸੀ। ਜਿਵੇਂ ਆਪਾਂ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦੇ ਹਾਂ, ਇਸੇ ਤਰ੍ਹਾਂ ਬਾਬਾ ਕਬੀਰ ਸਾਹਿਬ ਜੀ ਸਤਨਾਮ ਸਤਨਾਮ ਉਚਾਰਨ ਕਰਦੇ ਸਨ। ਇਹ ਮੰਤਰ ਉਚਾਰਨ ਕਰਨ ਦਾ ਕਰਕੇ ਉਹਨਾਂ ਦੇ ਜਿਹੜੇ ਸ਼ਰਧਾਲੂ ਨੇ ਉਹ ਵੀ ਅੱਗੇ ਸਤਨਾਮ ਸਤਨਾਮ ਉਚਾਰਨ ਕਰਦੇ ਨੇ। ਉਹਨਾਂ ਦਾ ਜਿਹੜਾ ਅੱਗੇ ਪੰਥ ਚੱਲਿਆ, ਜਿਹੜਾ ਉਹਨਾਂ ਦਾ ਫਿਰਕਾ ਚੱਲਿਆ, ਉਸ ਦਾ ਨਾਮ ਅੱਜ ਕੱਲ੍ਹ ਸਤਨਾਮੀਆਂ ਪੰਥ ਹੈ। ਇਹ ਬਨਾਰਸ ਦੇ ਵਿੱਚ ਬਹੁਤ ਗਿਣਤੀ ਦੇ ਵਿੱਚ ਇਹ ਪੰਥ, ਇਹ ਸ਼ਰਧਾਲੂ ਰਹਿੰਦੇ ਨੇ। ਬਾਬਾ ਕਬੀਰ ਸਾਹਿਬ ਜੀ ਦਾ ਜਨਮ ਵੀ ਬਨਾਰਸ ਦੀ ਧਰਤੀ ਦੇ ਉੱਤੇ ਹੀ ਹੋਇਆ। ਤੇ ਮਹਾਰਾਜ ਸਤਨਾਮ ਦੇ ਬਾਰੇ ਕਹਿੰਦੇ ਨੇ ਕਿ ਉਹ ਪਰਮਾਤਮਾ ਦਾ ਨਾਮ ਸਥਿਰ ਹੈ, ਸਦਾ ਰਹਿਣ ਵਾਲਾ ਹੈ। ਬਾਕੀ ਜਿੰਨੀਆਂ ਵੀ ਚੀਜ਼ਾਂ ਨੇ ਸਾਰੀਆਂ ਨਾਸ਼ਮਾਨ ਨੇ, ਖਤਮ ਹੋ ਜਾਣ ਵਾਲੀਆਂ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪੁਰਬ ਮਨਾ ਰਹੇ ਹਾਂ, ਤੇ ਥੋੜ੍ਹਾ ਜਿਹਾ ਉਹਨਾਂ ਦੀ ਬਾਣੀ ਦੇ ਵਿੱਚ ਸਤਨਾਮ ਦੀ ਵਿਆਖਿਆ ਕਰਨ ਦਾ ਯਤਨ ਕਰਨਾ ਹੈ। ਆਸਾ ਕੀ ਵਾਰ ਦੀ ਬਾਣੀ ਆਪਾਂ ਪੜ੍ਹਦੇ ਹਾਂ, ਤੇ ਮਹਾਰਾਜ ਜੀ ਕਹਿੰਦੇ ਨੇ ਕਿ ਦੁਨੀਆ ਦੇ ਵਿੱਚ ਹੋ ਸਕਦਾ ਤੇਰੇ ਵਾਸਤੇ ਇਹਨਾਂ ਚੀਜ਼ਾਂ ਦੀ ਕੋਈ ਵੈਲਿਊ ਹੋਵੇ, ਕੋਈ ਕੀਮਤ ਹੋਵੇ, ਤੇ ਤੂੰ ਇਹਨਾਂ ਦੇ ਨਾਲ ਬੜਾ ਸਨੇਹ ਕਰਦਾ ਹੋਵੇ, ਬੜਾ ਮੋਹ ਤੇਰਾ ਹੋਵੇ, ਜਿਹੜੀਆਂ ਚੀਜ਼ਾਂ ਨੂੰ ਤੂੰ ਕਦੇ ਵਿਸਾਰਦਾ ਨਾ ਹੋਵੇ।
ਕੋਈ ਮਨੁੱਖ ਉਸ ਚੀਜ਼ ਨੂੰ ਹੱਥ ਲਾਏ, ਪਦਾਰਥ ਨੂੰ ਹੱਥ ਲਾਏ, ਤੇ ਤੂੰ ਗੁੱਸੇ ਹੋ ਕੇ, ਕ੍ਰੋਧਿਤ ਹੋ ਕੇ ਉਸ ਮਨੁੱਖ ਤੋਂ ਉਹ ਵਸਤੂ ਖੋਹ ਲਵੇ ਤੇ ਅੱਗੋਂ ਕਹੇ ਕਿ ਇਹ ਵਸਤੂ ਤਾਂ ਮੇਰੀ ਹੈ, ਇਹ ਵਸਤੂ ਤੇਰੀ ਨਹੀਂ। ਪਰ ਮੇਰੀ ਮੇਰੀ ਕਰਨ ਵਾਲਿਆ, ਤੇਰੀ ਤੇਰੀ ਕਰਨ ਵਾਲਿਆ, ਕਦੇ ਇਹ ਝਾਤ ਮਾਰੀ ਹੈ ਕਿ ਜਿਸ ਘਰ ਦੇ ਵਿੱਚ ਰਹਿ ਰਿਹਾ, ਇੱਕ ਦਿਨ ਇਹ ਘਰ ਚਲਾ ਜਾਏਗਾ, ਢੱਠ ਜਾਏਗਾ, ਢੇਰੀ ਹੋ ਜਾਵੇਗਾ, ਭਸਮ ਦੇ ਵਿੱਚ, ਰਾਖ ਦੇ ਵਿੱਚ, ਮਿੱਟੀ ਦੇ ਵਿੱਚ ਰੁਲ ਜਾਏਗਾ। ਮਹਾਰਾਜ ਜੀ ਕਹਿੰਦੇ ਨੇ ਇੰਨਾ ਹੀ ਨਹੀਂ, ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ। ਜਿਹੜੇ ਥਾਂ ਤੇ ਅੱਜ ਮੈਂ ਬੈਠਾ ਹੋਇਆ, ਮੈਨੂੰ ਇਹ ਨਹੀਂ ਪਤਾ ਕਿ ਕੌਣ ਕੌਣ ਇੱਥੇ ਆਇਆ, ਕਿਹੜੇ ਕਿਹੜੇ ਰਾਜੇ ਨੇ ਇੱਥੇ ਰਾਜ ਕੀਤਾ। ਅੱਜ ਤੋਂ ਪਹਿਲਾਂ ਇੱਥੇ ਜੰਗਲ ਸੀ ਜਾਂ ਕੋਈ ਇੱਥੇ ਮਹਿਲ ਸੀ, ਕੁਛ ਨਹੀਂ ਪਤਾ। ਜਾਂ ਇੱਥੇ ਕੋਈ ਕਿਰਸਾਨੀ ਕਰਨ ਵਾਲਾ ਇੱਥੇ ਮਨੁੱਖ ਆਇਆ ਕਰਦਾ ਸੀ, ਹਲ ਵਾਹੁਣ ਵਾਲਾ ਇੱਥੇ ਕੋਈ ਆਇਆ ਕਰਦਾ ਸੀ, ਨਹੀਂ ਪਤਾ। ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ, ਪਤਾ ਨਹੀਂ ਕਿੰਨੇ ਕੁ ਬੈਠ ਕੇ ਇੱਥੇ ਚਲੇ ਗਏ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਜਿਹੜੇ ਮਨੁੱਖ ਦੇ ਕੋਲ ਕੋਈ ਵਸਤੂ ਦੁਨੀਆ ਦੇ ਨਾਲੋਂ ਜ਼ਿਆਦਾ ਹੋਵੇ, ਉਹ ਜ਼ਿਆਦਾ ਅਹੰਕਾਰੀ ਹੁੰਦਾ ਹੈ। ਅਹੰਕਾਰ ਹਮੇਸ਼ਾ ਗੁਣ ਦਾ ਹੀ ਹੁੰਦਾ ਹੈ, ਔਗਣ ਦਾ ਕਦੇ ਅਹੰਕਾਰ ਨਹੀਂ ਹੁੰਦਾ, ਗੁਨਾਹਾਂ ਦਾ ਕਦੇ ਅਹੰਕਾਰ ਨਹੀਂ ਹੁੰਦਾ। ਕਦੇ ਮਨੁੱਖ ਆਪਣੀ ਜੋ ਅੰਦਰ ਔਗਣ ਨੇ ਉਹਨਾਂ ਦਾ ਅਹੰਕਾਰ ਕਰਕੇ ਇਹ ਨਹੀਂ ਕਹਿੰਦਾ ਕਿ ਇਹ ਔਗਣ ਤੇਰੇ ਵਿੱਚ ਨਹੀਂ, ਇਕੱਲਾ ਮੇਰੇ ਵਿੱਚ ਹੀ ਹੈ। ਗੁਣ ਦੇ ਬਾਰੇ ਕਹਿੰਦਾ ਕਿ ਇਹ ਗੁਣ ਮੈਨੂੰ ਹੀ ਆਉਂਦਾ, ਤੈਨੂੰ ਨਹੀਂ ਆਉਂਦਾ। ਗੁਣ ਦਾ ਅਹੰਕਾਰ। ਵੱਡੇ ਵੱਡੇ ਅਮੀਰ ਮਨੁੱਖ ਅਹੰਕਾਰ ਕਰਦੇ ਨੇ ਧਨ ਕਰਕੇ। ਜੇ ਮਾਲਕ ਦੀ ਕਿਰਪਾ ਦੇ ਨਾਲ ਕਿਸੇ ਨੂੰ ਸੁੰਦਰਤਾ ਜ਼ਿਆਦਾ ਪ੍ਰਾਪਤ ਹੋ ਗਈ, ਉਹ ਸੁੰਦਰਤਾ ਦਾ ਅਹੰਕਾਰ ਕਰੇਗਾ। ਜੇ ਮਾਲਕ ਨੇ ਰਹਿਮਤ ਕਰਕੇ ਘਰ ਬਖਸ਼ਿਸ਼ ਕਰ ਦਿੱਤਾ ਹੈ, ਜੇ ਦੁਨੀਆ ਦੇ ਵਿੱਚ ਇੱਜ਼ਤ ਬਖਸ਼ਿਸ਼ ਕੀਤੀ ਹੈ, ਉਹ ਮਨੁੱਖ ਆਪਣੇ ਨਾਮਣੇ ਦਾ ਅਹੰਕਾਰ ਕਰੀ ਜਾਏਗਾ। ਹਮੇਸ਼ਾ ਗੁਣ ਦਾ ਅਹੰਕਾਰ ਹੁੰਦਾ ਹੈ। ਪਰ ਮਹਾਰਾਜ ਜੀ ਕਹਿੰਦੇ ਨੇ ਕੁਝ ਸਮੇਂ ਵਾਸਤੇ ਇੱਜ਼ਤ ਆਬਰੂ ਦਾ ਅਹੰਕਾਰ ਹੋ ਗਿਆ, ਕਿਸੇ ਨੂੰ ਮਹਿਲ ਮਾੜੀਆਂ ਦਾ ਅਹੰਕਾਰ ਹੋ ਗਿਆ, ਕਿਸੇ ਨੂੰ ਸੁੰਦਰ ਵਸਤਰਾਂ ਦਾ, ਕਿਸੇ ਨੂੰ ਆਪਣੀ ਸੁੰਦਰ ਚਮੜੀ ਦਾ ਅਹੰਕਾਰ ਹੋ ਗਿਆ। ਪਰ ਮਹਾਰਾਜ ਜੀ ਕਹਿੰਦੇ ਸੱਚ ਜਾਣੀ, ਇੱਕ ਦਿਨ ਵੇਖਦਿਆਂ ਵੇਖਦਿਆਂ ਇਹ ਚਮੜੀ ਦੇ ਉੱਪਰ ਝੁਰੜੀਆਂ ਆ ਜਾਣਗੀਆਂ। ਝੁਰੜੀਆਂ ਆਉਣ ਤੋਂ ਬਾਅਦ ਇਹ ਤੇਰੇ ਤਨ ਨੂੰ ਅਗਨੀ ਦੇ ਵਿੱਚ ਸਾੜ ਦਿੱਤਾ ਜਾਏਗਾ। ਜਦੋਂ ਉਹ ਰਾਖ ਬਚ ਗਈ, ਸੱਚ ਜਾਣੀ ਇਹ ਵੀ ਮਿੱਟੀ ਦੇ ਵਿੱਚ ਰੁਲ ਜਾਏਗੀ, ਮਿਲ ਜਾਏਗੀ। ਇਹ ਮਹਿਲ ਮਾੜੀਆਂ ਮਿੱਟੀ ਦੇ ਵਿੱਚ ਰੁਲ ਜਾਣਗੀਆਂ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਮਹਾਰਾਜ ਜੀ ਕਹਿੰਦੇ ਨੇ ਇੰਨਾ ਹੀ ਨਹੀਂ, ਜਿੰਨਾ ਵੀ ਸੰਸਾਰ ਆਪ ਜੀ ਵੇਖ ਰਹੇ ਹੋ, ਜਦੋਂ ਆਪ ਜੀ ਸੰਸਾਰ ਦੇ ਕੋਸ਼ ਵਿੱਚ ਅਰਥ ਪੜ੍ਹੋਗੇ, ਇਨਸਾਈਕਲੋਪੀਡੀਆ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਭਾਈ ਕਾਹਨ ਸਿੰਘ ਨਾਭਾ ਜੀ ਦਾ, ਜਿਸ ਦੇ ਵਿੱਚ ਬਹੁਤ ਸਾਰੇ ਸ਼ਬਦ ਮਿਲਦੇ ਨੇ। ਜਿੰਨੇ ਵੀ ਸਿੱਖ ਧਰਮ ਦੇ ਇਤਿਹਾਸਿਕ ਗ੍ਰੰਥ ਨੇ, ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਹੈ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ, ਮਹਿਮਾ ਪ੍ਰਕਾਸ਼ ਹੈ, ਤਵਾਰੀਖ ਗੁਰੂ ਖਾਲਸਾ ਹੈ, ਸਾਰੇ ਗ੍ਰੰਥਾਂ ਦੇ ਜੋ ਸ਼ਬਦ ਨੇ, ਭਾਵੇਂ ਔਖੇ ਹੋਣ, ਭਾਵੇਂ ਉਹ ਸ਼ਬਦ ਸਰਲ ਹੋਣ, ਸਾਰੇ ਸ਼ਬਦ ਉਹ ਮਹਾਨ ਕੋਸ਼ ਦੇ ਵਿੱਚ ਮਿਲ ਜਾਣਗੇ। ਭਾਈ ਕਾਹਨ ਸਿੰਘ ਨਾਭਾ ਵੀ ਅਰਥ ਇਹੀ ਕਰਨਗੇ। ਭਾਵੇਂ ਪੰਜਾਬੀ ਦੇ ਸ਼ਬਦ ਕੋਸ਼ ਨੂੰ ਪੜ੍ਹਾਂਗੇ, ਯੂਨੀਵਰਸਿਟੀ ਤੋਂ ਮਿਲ ਜਾਣਗੇ। ਤੇ ਹਰ ਇੱਕ ਸ਼ਬਦ ਕੋਸ਼ ਦੇ ਵਿੱਚ ਸੰਸਾਰ ਦਾ ਅਰਥ ਹੈ ਘੁੰਮਣਾ ਫਿਰਨਾ, ਚਲਾਏਮਾਨ, ਜੋ ਸਥਿਰ ਨਹੀਂ ਹੈ। ਆਪਾਂ ਸੰਸਾਰ ਵੇਖਦੇ ਹਾਂ, ਆਪਾਂ ਧਰਤੀ ਨੂੰ ਹੀ ਸੰਸਾਰ ਆਖਦੇ ਹਾਂ। ਧਰਤੀ ਸੰਸਾਰ ਨਹੀਂ ਹੈ। ਇਹ ਜਿੰਨੇ ਵੀ ਗ੍ਰਹਿ ਨੇ ਇਹ ਵੀ ਸੰਸਾਰ ਹੈ। ਜਿਹੜਾ ਆਪਾਂ ਸੂਰਜ ਵੇਖ ਰਹੇ ਇਹ ਵੀ ਸੰਸਾਰ ਹੈ। ਇਹ ਚੰਦਰਮਾ ਵੇਖ ਰਹੇ ਇਹ ਵੀ ਇੱਕ ਸੰਸਾਰ ਹੈ। ਇਹ ਸਾਰੀਆਂ ਚੀਜ਼ਾਂ ਘੁੰਮ ਰਹੀਆਂ ਨੇ। ਘੁੰਮਦੀਆਂ ਹੋਈਆਂ ਚੀਜ਼ਾਂ ਸਾਨੂੰ ਦੱਸ ਰਹੀਆਂ ਨੇ ਸਥਿਰ ਕੋਈ ਨਹੀਂ ਹੈ। ਸਾਰੀਆਂ ਚੀਜ਼ਾਂ ਇੱਕ ਦਿਨ ਖਤਮ ਹੋ ਜਾਣਗੀਆਂ। ਤੇ ਮਹਾਰਾਜ ਜੀ ਕਹਿੰਦੇ ਨੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ। ਮਹਾਰਾਜ ਜੀ ਕਹਿੰਦੇ ਨੇ ਸਾਰਾ ਕੁਝ ਇਹ ਸੌਖਾ ਜਿਹਾ ਸਮਝ ਲੈ ਕੂੜ ਹੈ। ਕੂੜ ਦਾ ਅਰਥ ਹੈ ਨਾਸ਼ਮਾਨ। ਕੀ ਕੂੜ ਹੀ ਕੂੜ ਹੈ, ਸੱਚ ਕੋਈ ਨਹੀਂ? ਮਹਾਰਾਜ ਜੀ ਕਹਿੰਦੇ ਸੱਚ ਵੀ ਹੈ। ਕੌਣ?
ਮਹਾਰਾਜ ਕਹਿੰਦੇ ਆਕਾਰ ਕਰਕੇ ਸੱਚ ਕੋਈ ਨਹੀਂ, ਸਰੀਰ ਕਰਕੇ ਸੱਚ ਕੋਈ ਨਹੀਂ। ਫਿਰ ਸੱਚ ਕੌਣ ਮਹਾਰਾਜ? ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਉਹ ਸੱਚ ਜੋ ਮਾਲਕ ਦੇ ਹੁਕਮ ਦੇ ਵਿੱਚ ਚੱਲਦਾ ਹੈ, ਉਹ ਸੱਚ ਜੋ ਸੱਚ ਦੇ ਨਾਲ ਜੁੜ ਗਿਆ ਹੈ। ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ, ਸਰਬ ਵਿਚਾਰ। ਮਹਾਰਾਜ ਜੀ ਕਹਿੰਦੇ ਜੋ ਸੱਚ ਦੇ ਨਾਲ ਜੁੜ ਗਿਆ ਉਹ ਹਰੇਕ ਚੀਜ਼ ਸੱਚ ਹੋ ਗਈ। ਬਾਕੀ ਦੁਨੀਆ ਦੀ ਕੋਈ ਚੀਜ਼ ਸੱਚ ਨਹੀਂ ਹੈ। ਮਨੁੱਖਾਂ ਦਾ ਇਹ ਧਿਆਨ ਜਾਂਦਾ ਹੈ ਵੱਡੀਆਂ ਚੀਜ਼ਾਂ ਵੱਲ ਕਿ ਮੈਂ ਤਾਂ ਬਹੁਤ ਛੋਟੇ ਜਿਹੇ ਸਰੀਰ ਦਾ ਮਾਲਕ ਹਾਂ, ਵੱਡੀਆਂ ਵੱਡੀਆਂ ਦੁਨੀਆ ਦੇ ਵਿੱਚ ਚੀਜ਼ਾਂ ਨੇ ਉਹ ਸੱਚ ਹੋਣਗੀਆਂ। ਵੱਡੇ ਵੱਡੇ ਪਹਾੜ ਨੇ ਪਤਾ ਨਹੀਂ ਹਜ਼ਾਰਾਂ ਸਾਲ ਹੋ ਗਏ ਇੱਕੋ ਥਾਂ ਦੇ ਉੱਤੇ ਖਲੋਤੇ ਹੋਏ ਨੇ। ਤੇ ਜਦੋਂ ਮੈਂ ਕਈ ਵਾਰ ਇਸ ਸੰਸਾਰ ਦੇ ਬਾਰੇ ਪੜ੍ਹਦਾ ਹਾਂ ਤੇ ਜਿਹੜੇ ਸਮਾਜਿਕ ਵਿਗਿਆਨੀ ਨੇ, ਸਮਾਜਿਕ ਵਿਗਿਆਨੀ ਇਹ ਸਾਰੀਆਂ ਵਾਤਾਵਰਨ ਦੀਆਂ ਵਸਤੂਆਂ ਦੀ, ਪਦਾਰਥਾਂ ਦੀ ਖੋਜ ਕਰਦੇ ਨੇ ਤੇ ਉਹ ਕਹਿੰਦੇ ਨੇ ਜਿਹੜਾ ਹਿਮਾਲਿਆ ਪਰਬਤ ਹੈ ਸਭ ਤੋਂ ਇਹ ਨਵਯੁਵਕ ਹੈ, ਨੌਜਵਾਨ ਹੈ, ਇਹ ਜਵਾਨੀ ਦੇ ਵਿੱਚ ਹੈ। ਆਪ ਜੀ ਸੁਣ ਕੇ ਹੈਰਾਨ ਹੋਵੋਗੇ, ਜਿਹੜੇ ਵਿਗਿਆਨੀ ਨੇ ਉਹ ਸਾਲ ਬਾਅਦ ਹਿਮਾਲਿਆ ਪਰਬਤ ਦੀ ਉਚਾਈ ਨੂੰ ਮਾਪਦੇ ਨੇ। ਮਾਪਣ ਦਾ ਉਹਨਾਂ ਦਾ ਇੱਕ ਤਰੀਕਾ ਹੈ, ਢੰਗ ਹੈ ਤੇ ਉਹ ਕਹਿੰਦੇ ਨੇ ਹਰੇਕ ਸਾਲ ਇਹ ਹਿਮਾਲਿਆ ਪਰਬਤ ਕੁਝ ਇੰਚ ਉੱਚਾ ਹੋ ਜਾਂਦਾ ਹੈ, ਇਸ ਦੀ ਉਚਾਈ ਵੱਧਦੀ ਹੈ। ਇਸ ਦਾ ਮਤਲਬ ਕਿ ਇਹ ਜਵਾਨ ਹੋ ਰਿਹਾ ਹੈ, ਅਜੇ ਬਜ਼ੁਰਗ ਨਹੀਂ ਹੋਇਆ, ਅਜੇ ਬੁੱਢਾ ਨਹੀਂ ਹੋਇਆ। ਬਾਕੀ ਜਿਹੜੇ ਪਰਬਤ ਨੇ ਉਹ ਬਜ਼ੁਰਗ ਹੋ ਚੁੱਕੇ ਨੇ ਤੇ ਇੱਕ ਦਿਨ ਆਵੇਗਾ ਜਿਸ ਦਿਨ ਇਹ ਹਿਮਾਲਿਆ ਪਰਬਤ ਦੁਨੀਆ ਦਾ ਸਭ ਤੋਂ ਉੱਚਾ ਪਰਬਤ ਬਜ਼ੁਰਗ ਹੋ ਜਾਵੇਗਾ ਤੇ ਇਹ ਵੀ ਡਿੱਗ ਜਾਏਗਾ, ਖਤਮ ਹੋ ਜਾਵੇਗਾ। ਤੇ ਮਹਾਰਾਜ ਜੀ ਕਹਿੰਦੇ ਨੇ ਆਪ ਜੀ ਇੱਕ ਵੱਡੀ ਚੀਜ਼ ਵੇਖੋਗੇ, ਬੜਾ ਵੱਡਾ ਇਹ ਸੂਰਜ ਹੈ ਜਿਸ ਦਾ ਤਾਪਮਾਨ ਝੱਲਿਆ ਨਹੀਂ ਜਾਂਦਾ, ਰੌਸ਼ਨੀ ਝੱਲੀ ਨਹੀਂ ਜਾਂਦੀ, ਅੱਖ ਖੋਲ ਕੇ ਆਪਾਂ ਵੇਖ ਨਹੀਂ ਸਕਦੇ। ਤੈਨੂੰ ਪਤਾ ਨਹੀਂ ਹੈ ਕਿ ਸੂਰਜ ਦੇ ਵਿੱਚ ਲੱਖਾਂ ਟਨ ਜਿਹੜਾ ਮਟੀਰੀਅਲ ਹੈ, ਮੈਟਰ ਹੈ, ਇੱਕ ਸੈਕਿੰਡ ਦੇ ਵਿੱਚ ਸੜ ਕੇ ਰਾਖ ਹੋ ਰਿਹਾ ਤੇ ਉਸ ਦੇ ਸੜਨ ਦੇ ਨਾਲ ਇਹ ਰੌਸ਼ਨੀ ਹੋ ਰਹੀ ਹੈ। ਤਾਪਮਾਨ ਵੱਖ-ਵੱਖ ਗ੍ਰਹਿਾਂ ਦੇ ਉੱਤੇ, ਪਲੈਨਟਸ ਦੇ ਉੱਪਰ ਜਾ ਰਿਹਾ ਹੈ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੱਡੀਆਂ ਵੱਡੀਆਂ ਚੀਜ਼ਾਂ ਦੇ ਵੱਲ ਤੇਰਾ ਧਿਆਨ ਜਾਂਦਾ ਹੈ। ਪਾਣੀ ਵੱਲ ਧਿਆਨ ਜਾਵੇਗਾ, ਹਵਾ ਦੇ ਵੱਲ ਧਿਆਨ ਜਾਵੇਗਾ, ਅੱਗ ਦੇ ਵੱਲ ਧਿਆਨ ਜਾਵੇਗਾ, ਧਰਤੀ ਦੇ ਵੱਲ ਧਿਆਨ ਜਾਵੇਗਾ। ਪਰ ਮਹਾਰਾਜ ਜੀ ਕਹਿੰਦੇ ਇੱਕ ਦਿਨ ਆਵੇਗਾ ਜਿਸ ਦਿਨ ਇਹ ਹਵਾ ਰੁਕ ਜਾਏਗੀ, ਇੱਕ ਦਿਨ ਆਵੇਗਾ ਧਰਤੀ ਦੇ ਵਿੱਚੋਂ ਪਾਣੀ ਖਤਮ ਹੋ ਜਾਵੇਗਾ, ਇੱਕ ਦਿਨ ਆਏਗਾ ਜਦੋਂ ਸਾਰੀ ਬਨਸਪਤੀ ਖਤਮ ਹੋ ਜਾਏਗੀ, ਅੱਗ ਨਹੀਂ ਹੋਵੇਗੀ। ਹਜ਼ੂਰ ਕਹਿੰਦੇ ਨੇ ਸਾਰਿਆਂ ਦਾ ਆਕਾਰ, ਸਾਰਿਆਂ ਦਾ ਰੂਪ, ਸਾਰਿਆਂ ਦਾ ਪ੍ਰਕਾਸ਼, ਸਾਰਿਆਂ ਦੇ ਵਿੱਚੋਂ ਸੱਤਿਆ ਤਾਕਤ ਹੌਲੀ ਹੌਲੀ ਕਰਕੇ ਘਟ ਰਹੀ ਹੈ। ਕਟੰਤ ਰੂਪੰ, ਕਟੰਤ ਦੀਪੰ, ਕਟੰਤ ਰਵ ਸਸਿਅਰ ਨਖਯਤਰ ਗਗਨੰ। ਮਹਾਰਾਜ ਕਹਿੰਦੇ ਜੋ ਸਪੇਸ ਵੇਖ ਰਿਹਾ, ਇਹ ਪੁਲਾੜ ਵੇਖ ਰਿਹਾ, ਆਕਾਸ਼ ਵੇਖ ਰਿਹਾ, ਹੋ ਸਕਦਾ ਤੇਰੇ ਮਨ ਵਿੱਚ ਖਿਆਲ ਆਵੇ ਕਿ ਇਹ ਤਾਂ ਕੋਈ ਵਸਤੂ ਨਹੀਂ ਹੈ, ਕੋਈ ਪਦਾਰਥ ਨਹੀਂ ਹੈ, ਇਹ ਤਾਂ ਸਦੀਵੀ ਹੋਵੇਗਾ। ਪਰ ਮਹਾਰਾਜ ਜੀ ਕਹਿੰਦੇ ਇਹ ਵੀ ਸਥਿਰ ਨਹੀਂ, ਇਹ ਵੀ ਪਰਮਾਤਮਾ ਨੇ ਤਿਆਰ ਕੀਤਾ ਹੋਇਆ, ਉਸ ਦੀ ਮਰਜ਼ੀ ਹੋਈ, ਉਸ ਦਾ ਹੁਕਮ ਹੋਇਆ, ਉਸ ਦੀ ਇੱਛਾ ਹੋਈ ਤੇ ਇਹ ਪੁਲਾੜ, ਇਹ ਸਪੇਸ, ਇਹ ਆਸਮਾਨ ਇਹ ਵੀ ਨਹੀਂ ਰਹੇਗਾ, ਇਹ ਵੀ ਖਤਮ ਹੋ ਜਾਏਗਾ। ਮਹਾਰਾਜ ਜੀ ਕਹਿੰਦੇ ਨੇ ਤਾਰਿਆਂ ਨੂੰ ਵੇਖਦਾ ਹੈ ਕਿ ਰਾਤ ਨੂੰ ਨਜ਼ਰ ਆਉਂਦੇ ਨੇ, ਦਿਨ ਨੂੰ ਨਜ਼ਰ ਨਹੀਂ ਆਉਂਦੇ ਤੇ ਹੋ ਸਕਦਾ ਹੈ ਇਸੇ ਤਰ੍ਹਾਂ ਇਹ ਤਾਰੇ ਚਮਕਦੇ ਰਹਿਣ। ਮਹਾਰਾਜ ਜੀ ਕਹਿੰਦੇ ਨੇ ਜਿਹੜੇ ਤਾਰਿਆਂ ਦੀ ਚਮਕ ਦਿਨ ਨੂੰ ਦਿਖਾਈ ਨਹੀਂ ਦਿੰਦੀ, ਰਾਤ ਨੂੰ ਦਿਖਾਈ ਦਿੰਦੀ ਹੈ, ਤਾਰਿਆਂ ਦਾ ਵੀ ਕੀ ਭਰੋਸਾ, ਤਾਰਿਆਂ ਦਾ ਵੀ ਕੀ ਵਿਸ਼ਵਾਸ ਕਿ ਕਦੋਂ ਅਲੋਪ ਹੋ ਜਾਣ, ਕਦੋਂ ਖਤਮ ਹੋ ਜਾਣ। ਹਜ਼ੂਰ ਕਹਿੰਦੇ ਨੇ ਕਟੰਤ ਰੂਪੰ, ਕਟੰਤ ਦੀਪੰ, ਕਟੰਤ ਰਵ, ਰਵ ਦਾ ਅਰਥ ਹੈ ਸੂਰਜ, ਸਸਿਅਰ, ਸਸਿਅਰ ਦਾ ਅਰਥ ਹੈ ਚੰਦਰਮਾ। ਕਟੰਤ ਰੂਪੰ, ਕਟੰਤ ਦੀਪੰ, ਕਟੰਤ ਰਵ ਸਸਿਅਰ ਨਖਯਤਰ ਗਗਨੰ। ਹਜ਼ੂਰ ਕਹਿੰਦੇ ਨੇ ਕੇਵਲ ਇੱਕੋ ਹੀ ਹੈ ਜੋ ਘਟਦਾ ਨਹੀਂ। ਅਖੀਰ ਤੇ ਜਾ ਕੇ ਕਹਿੰਦੇ ਨਹ ਕਟੰਤ ਕੇਵਲ ਗੋਪਾਲ ਅਚੁੱਤ, ਆਸਥਿਰੰ ਨਾਨਕ
ਸਾਧ ਜਨ, ਜਾਂ ਤੇ ਉਹ ਪਰਮਾਤਮਾ ਹੈ ਤੇ ਜਾਂ ਉਸ ਪਰਮਾਤਮਾ ਦੇ ਨਾਲ ਜੁੜੇ ਹੋਏ ਉਹ ਮਹਾਂਪੁਰਖ ਨੇ, ਉਹ ਗੁਰਮੁਖ ਜਨ ਨੇ, ਉਹ ਭਗਤ ਜਨ ਨੇ, ਉਹ ਸਤਿਗੁਰੂ ਹੈ ਜੋ ਘਟਦਾ ਨਹੀਂ, ਜਿਸ ਦੀ ਤਾਕਤ, ਜਿਸ ਦੇ ਗੁਣ ਕਦੇ ਖਤਮ ਨਹੀਂ ਹੁੰਦੇ। ਬਾਕੀ ਜਿੰਨੀਆਂ ਵੀ ਵਸਤੂਆਂ ਨੇ ਉਹ ਸਾਰੀਆਂ ਘਟੀ ਜਾ ਰਹੀਆਂ ਨੇ। ਇੱਕ ਗਾਥਾ ਕਹਿ ਕੇ, ਸਾਖੀ ਕਹਿ ਕੇ ਆਪਾਂ ਸਮਾਪਤੀ ਕਰਨੀ ਹੈ। ਕੀ ਕੋਈ ਇਸ ਤਰ੍ਹਾਂ ਦਾ ਢੰਗ ਹੈ, ਤਰੀਕਾ ਹੈ ਕਿ ਆਪਾਂ ਨਾਸ਼ ਨਾ ਹੋਈਏ ਤੇ ਸਦੀਵੀ ਹੋ ਜਾਈਏ? ਮਹਾਰਾਜ ਕਹਿੰਦੇ ਸਰੀਰ ਕਰਕੇ ਨਹੀਂ ਹੋ ਸਕਦਾ। ਜੇ ਤੇਰੀ ਆਤਮਾ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਵੇ ਫਿਰ ਸੱਚ ਹੋ ਸਕਦਾ, ਸਤਿਨਾਮ ਹੋ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ ਸਜਿਆ ਹੋਇਆ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਲਿਬਾਸ ਹੈ, ਪਹਿਰਾਵਾ ਹੈ, ਉਹ ਦੁਨੀਆ ਦੇ ਵੱਡੇ ਵੱਡੇ ਰਾਜਿਆਂ ਤੋਂ ਵੀ ਸੁੰਦਰ ਹੈ। ਇਹੀ ਕਾਰਨ ਕਿ ਜਿਹੜੇ ਪਹਾੜੀ ਰਾਜੇ ਨੇ ਉਹ ਵੇਖ ਵੇਖ ਕੇ ਬੜੀ ਈਰਖਾ ਕਰਦੇ ਨੇ ਕਿ ਜਿਹੜਾ ਲਿਬਾਸ ਕਲਗੀਧਰ ਪਾਤਸ਼ਾਹ ਨੇ ਪਾਇਆ ਹੋਇਆ, ਇਸ ਤਰ੍ਹਾਂ ਦਾ ਲਿਬਾਸ ਤੇ ਆਪਾਂ ਵੀ ਨਹੀਂ ਪਾਇਆ। ਜਿਹੜੀ ਸ਼ੋਭਾ ਮਹਾਰਾਜ ਜੀ ਦੀ ਕਲਗੀ ਦੀ ਹੈ, ਇਸ ਤਰ੍ਹਾਂ ਦੀ ਕਲਗੀ ਤਾਂ ਸਾਡੇ ਕੋਲ ਵੀ ਨਹੀਂ। ਜਿਹੜੇ ਪੰਜ ਕਲਾ ਸ਼ਸਤਰ ਇਹਨਾਂ ਦੇ ਕੋਲ ਹੈ, ਇਸ ਤਰ੍ਹਾਂ ਦੇ ਸ਼ਸਤਰ ਤਾਂ ਸਾਡੇ ਕੋਲ ਵੀ ਨਹੀਂ। ਸ਼ਸਤਰ ਇੱਕੋ ਹੀ ਹੈ, ਇੱਕੋ ਸ਼ਸਤਰ ਦੇ ਵਿੱਚੋਂ ਤਲਵਾਰ ਨਿਕਲਦੀ ਹੈ, ਨਾਗਣੀ ਨਿਕਲਦੀ ਹੈ। ਵੱਖ-ਵੱਖ ਸ਼ਸਤਰ ਇੱਕੋ ਹੀ ਸ਼ਸਤਰ ਦੇ ਵਿੱਚੋਂ ਨਿਕਲਦੇ ਨੇ। ਉਸ ਦਾ ਨਾਮ ਹੈ ਪੰਜ ਕਲਾ ਸ਼ਸਤਰ। ਚੰਦਨ ਦੀ ਚੌਂਕੀ ਹੈ ਜਿਸ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ ਤੇ ਇਤਿਹਾਸਕਾਰ ਕਹਿੰਦੇ ਨੇ ਕੇਵਲ ਉਹ ਚੰਦਨ ਦੀ ਬਣੀ ਹੋਈ ਨਹੀਂ, ਉਸ ਚੰਦਨ ਦੀ ਬਣੀ ਹੋਈ ਚੌਂਕੀ ਦੇ ਵਿੱਚ ਮਹਾਰਾਜ ਜੀ ਨੇ ਹੀਰੇ ਜੜਾਏ ਹੋਏ ਨੇ ਤੇ ਜਦੋਂ ਉਹਨਾਂ ਹੀਰਿਆਂ ਦੇ ਵਿੱਚੋਂ ਚਮਕ ਨਿਕਲਦੀ ਹੈ, ਜਦੋਂ ਕਿਰਨਾਂ ਨਿਕਲਦੀਆਂ ਨੇ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਇਹ ਕਿਰਨਾਂ ਨ੍ਰਿਤ ਕਰ ਰਹੀਆਂ ਹੋਣ, ਨਾਚ ਕਰ ਰਹੀਆਂ ਹੋਣ। ਜੇ ਕੋਈ ਰਾਜਾ ਆ ਕੇ ਦਰਬਾਰ ਵਿੱਚ ਝਾਤ ਮਾਰਦਾ, ਸਿਰ ਦੇ ਉੱਪਰ ਝਾਤ ਮਾਰਦਾ, ਉੱਪਰ ਚੰਦੋਆ ਲੱਗਾ ਹੋਇਆ, ਚੰਦੋਆ ਹੀਰਿਆਂ ਦੇ ਨਾਲ ਜੜਿਆ ਹੋਇਆ, ਇੰਨੀ ਠਾਠ ਬਾਠ, ਇੰਨੀ ਸ਼ਾਨੋ ਸ਼ੌਕਤ, ਵੱਡੇ ਵੱਡੇ ਦੁਨੀਆ ਦੇ ਰਾਜੇ ਵੀ ਇਸ ਸ਼ਾਨੋ ਸ਼ੌਕਤ ਨੂੰ ਵੇਖ ਕੇ ਫਿੱਕੇ ਪੈ ਜਾਂਦੇ ਨੇ। ਤੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ, ਭਾਵੇਂ ਉੱਥੇ ਗਰੀਬ ਵੀ ਆਉਂਦੇ ਸਨ, ਭਾਵਨਾ ਵਾਲੇ ਸਨ, ਵੱਡੇ ਵੱਡੇ ਅਮੀਰ ਰਾਜੇ ਵੀ ਆਉਂਦੇ ਸਨ, ਵਪਾਰੀ ਵੀ ਆਉਂਦੇ ਸਨ, ਕਿਰਤਕਾਰ ਕਰਨ ਵਾਲੇ ਸਾਰੇ ਲੋਕ ਆਉਂਦੇ ਸਨ ਤੇ ਸਾਰਿਆਂ ਦੇ ਮਨ ਦੇ ਵਿੱਚ ਇਹ ਖਿਆਲ ਹੁੰਦਾ ਸੀ ਮੈਂ ਮਹਾਰਾਜ ਜੀ ਦੇ ਵਾਸਤੇ ਸਭ ਤੋਂ ਚੰਗੀ ਭੇਟਾ ਲੈ ਕੇ ਜਾਣੀ ਹੈ, ਜੋ ਬਹੁਤ ਜ਼ਿਆਦਾ ਸੁੰਦਰ ਹੋਵੇ, ਜੋ ਕਿਸੇ ਨੇ ਅੱਜ ਤੱਕ ਭੇਟਾ ਨਾ ਕੀਤੀ ਹੋਵੇ। ਵੱਖ-ਵੱਖ ਅੱਜ ਭੇਟਾਵਾਂ ਆਈਆਂ ਨੇ, ਦਰਬਾਰ ਸਜਿਆ ਹੋਇਆ ਤੇ ਮਨੁੱਖ ਦਾ ਇਹ ਫਿਤਰਤ ਹੈ, ਸੁਭਾਵ ਹੈ ਕਿ ਜਦੋਂ ਮਨੁੱਖ ਦਰਬਾਰ ਦੇ ਵਿੱਚ ਆਉਂਦਾ ਹੈ ਤੇ ਜਿਹੜੀ ਭੇਟਾ ਇਸ ਮਨੁੱਖ ਨੇ ਚੜ੍ਹਾਈ ਹੁੰਦੀ ਹੈ, ਭੇਟਾ ਕੀਤੀ ਹੁੰਦੀ ਹੈ, ਫਿਰ ਵੇਖਦਾ ਹੈ ਕਿ ਕੀ ਮੇਰੇ ਤੋਂ ਚੰਗੀ ਭੇਟਾ ਵੀ ਕਿਸੇ ਨੇ ਭੇਟਾ ਕੀਤੀ ਹੈ। ਸਾਰੇ ਵੇਖ ਰਹੇ ਨੇ। ਉੱਥੇ ਇੱਕ ਭੀਲ ਆਇਆ ਹੈ। ਭੀਲ ਆਪ ਜੀ ਸਮਝਦੇ ਹੋ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੇਲੇ ਕੌਡਾ ਜੀ ਹੈ, ਉਹ ਭੀਲ ਜਾਤੀ ਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਵੀ ਇਸ ਤਰ੍ਹਾਂ ਦੇ ਭੀਲ ਸਿੱਖ ਨੇ ਤੇ ਉਸ ਸਿੱਖ ਨੇ ਆ ਕੇ 2 ਪੰਖ ਭੇਟਾ ਕੀਤੇ ਨੇ, ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਲਿਆ ਕੇ ਰੱਖ ਦਿੱਤੇ। ਵੇਖਣ ਵਾਲੇ ਹੈਰਾਨ ਨੇ ਕਿ ਮਹਾਰਾਜ ਜੀ ਨੂੰ ਕੀ ਭੇਟਾ ਕਰੀ ਜਾ ਰਿਹਾ। ਇੰਨੀਆਂ ਇੰਨੀਆਂ ਸੁੰਦਰ ਵਸਤੂਆਂ ਭੇਟਾ ਕੀਤੀਆਂ ਨੇ, ਪਦਾਰਥ ਭੇਟਾ ਕੀਤੇ ਨੇ, ਵਸਤਰ ਭੇਟਾ ਕੀਤੇ ਨੇ, ਪਰ ਇਹ ਪੰਖਾਂ ਦਾ ਕੀ ਕੰਮ ਹੋਇਆ? ਮਹਾਰਾਜ ਇਹਨਾਂ ਪੰਖਾਂ ਨੂੰ ਕੀ ਕਰਨਗੇ? ਕਲਗੀਧਰ ਪਾਤਸ਼ਾਹ ਨੇ ਉਹਨਾਂ ਪੰਖਾਂ ਨੂੰ ਵੇਖਿਆ ਤੇ ਆਪਣੇ ਸਿੱਖਾਂ ਨੂੰ ਕਹਿਣ ਲੱਗੇ ਨੇ ਕਿ ਇਹਨਾਂ ਪੰਖਾਂ ਨੂੰ ਚੁੱਕ ਕੇ ਤੁਸੀਂ ਕਿਸੇ ਖਾਸ ਸਥਾਨ 'ਤੇ ਧਿਆਨ ਦੇ ਨਾਲ ਰੱਖ ਦਿਓ। ਉਸ ਸਮੇਂ ਸਭਾ ਦੇ ਵਿੱਚ, ਦਰਬਾਰ ਦੇ ਵਿੱਚ ਸਿੱਖ ਖੜੇ ਹੋ ਗਏ, ਹੱਥ ਜੋੜ ਕੇ ਕਹਿ ਰਹੇ ਨੇ ਮਹਾਰਾਜ ਇੱਕ ਗੱਲ ਦੀ ਸਮਝ ਨਹੀਂ ਪਈ। ਕਿਹੜੀ ਗੱਲ ਦੀ ਸਮਝ? ਕਹਿਣ ਲੱਗੇ ਮਹਾਰਾਜ ਭੇਟਾਵਾਂ ਤੇ ਆਪਾਂ ਵੀ ਭੇਟਾ ਕੀਤੀਆਂ ਨੇ, ਆਪਾਂ ਵੀ ਬੜੇ ਪਿਆਰ ਦੇ ਨਾਲ ਤੁਹਾਡੇ ਵਾਸਤੇ ਇਹ ਪਦਾਰਥ ਲੈ ਕੇ ਆਏ ਹਾਂ, ਪਰ ਸਾਡੇ ਪਦਾਰਥਾਂ ਨੂੰ ਤੁਸੀਂ ਝਾਤ ਮਾਰ ਕੇ ਇਹ ਨਹੀਂ ਕਿਹਾ ਕਿ ਤੁਸੀਂ ਖਾਸ ਸਥਾਨ 'ਤੇ ਰੱਖ ਦਿਓ। ਇਹ ਪੰਖਾਂ ਨੂੰ ਹੀ ਕਿਉਂ ਕਿਹਾ? ਇਹਨਾਂ ਖੰਭਾਂ ਨੂੰ ਹੀ ਕਿਉਂ ਕਿਹਾ? ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਪੰਖਾਂ ਦੇ ਵਿੱਚ 2 ਗੁਣ ਨੇ।
इस दी बड़ी खासीयत है। सिख कहन लगे महाराज किहड़ी खासीयत है? महाराज जी कहन लगे पहली खासीयत तो इन्हां पंखां दे विच इह है कि इन्हां पंखां दे विच बड़ा प्यार संजोया होया। जिहड़ा सिख जिहड़ा ये सज्जन लैके आया है बड़े अदब दे नाल बड़े प्यार सत्कार दे नाल भेटा लैके आया होया। दूजी एक होर खासियत है, होर गुण है, पर वो गुण आने वाले समय दे विच जरूर दसांगा, अज नहीं। तो महाराज कलगीधर पातशाह जी ने दरबार दे विच अज ऐलान किया है कि तुसीं कुछ दिन पहलां सवाल किया सी वो जिहड़े पंख सन उन्हां दे विच की गुण सी। अज मैं उस बारे दसांगा नहीं, दिखावांगा। सुनन वाले हैरान, वेखण वाले हैरान ने कि पंखां नूं की दिखाउणगे। ये तो एक दसन वाली गल है, समझाउण वाली गल है। महाराज कह रहे ने दिखावांगा। खैर किसी ने सवाल कोई नहीं किया। सतगुरु जी दे अगे कौन है जो सवाल कर सके? कलगीधर पातशाह ने यह हुक्म किया है कि खुले मैदान दे विच सारे आ जाना। जिस किसी ने भी सवाल का जवाब लैना होवे मैदान दे विच आ सकता है। संगतां बड़ियां उतावलियां ने कि महाराज कदों मैदान विच आउणगे ते साडे सवाल का जवाब देणगे। कलगीधर पातशाह दे खास दे विच कमान है ते जे पिछे पिठ वल ध्यान मारीए ते भत्था टंगिया होया। भत्थे दे विच वख-वख तरह के तीर ने। महाराज ने एक भत्थे दे विचों तीर कढ़िया है ते तीर कढ़ के कमान ते चढ़ा के हजूर ने आकाश वल चलाया है। सिख उस तीर नूं फड़न दे वास्ते दौड़ के गए ने। जिथे भी गया तीर भावें कुछ मीलों की दूरी के उत्ते वो सिख लैके आए हुए ने। कलगीधर पातशाह ने फिर भत्थे दे विचों दूजा तीर कढ़िया है ते दूजा तीर कढ़ के उस दे नाल एक पंख ला दिता है। जिहड़ा पंख वो भील सिख लैके आया होया सी। जदों वो पंख लाया तो सारिया ने वेख्या महाराज जी ने कमान ते चढ़ा के वो तीर चलाया जिस तीर दे नाल वो पंख जोड़िया होया सी। सारिया ने आकाश दे विच जांदा होया वो तीर जरूर वेख्या पर जमीन ते धरती ते डिगदा किसी नूं नज़र नहीं आया। महाराज जी कहन लगे कि जो ये पंख ने ये हुमा पंछी दे ने ते इन्हां पंखां दे बारे ये गल प्रचलित है कि जे इन्हां पंखां नूं तीर दे नाल जोड़ के बन के चलाया जाए तां ये उत्थे जा के डिगदे ने जिथे हुमा पंछी होवे। भावें इस गल दे विच किन्नी कुछ सच्चाई है आपां इस पासे नहीं जावांगे, पर एक गल तां इस गाथा तो इस साखी तो स्पष्ट हो रही है कि जे हुमा पंछी दे पंख हुमा पंछी तक पहुँच सकते ने तो जिहड़ा सतगुरु का दिता होया शब्द है ये सतनाम है, इस सतनाम तक पहुँचा दिंदा है, परमात्मा तक पहुँचा दिंदा है। इस करके हजूर अमृत बाणी दे विच कहंदे ने जप मन सतनाम सदा सतनाम हलत पलत मुख उजल होई है नित ध्याइयै हर पुरख निरंजना। हजूर रहमत करन सतनाम दी विचार फिर यतन करांगे कि कल दे दीवान अंदर कर सकीए। आप सब संगत दा हार्दिक धन्नवाद। होइयां भुल्लां दी खिमा गुर फतेह प्रवान करो जी। वाहिगुरु जी का खालसा वाहिगुरु जी की फतेह।